स्टूडेंट्स फस्ट टॉपिक है साडा पोलिटिकल साइंस का टॉपिक 1 कॉन्स्टिट्यूशन तो असीं स्टार्ट करांगे। पोल साइंस टॉपिक 1 ਤਾਂ ਸੰਵਿਧਾਨ ਤੁਹਾਡੇ ਸਿਲੇਬਸ ਦੇ ਵਿੱਚ ਫਸਟ ਟੌਪਿਕ ਹੈ ਜਿਹੜਾ ਸੰਵਿਧਾਨ ਨੂੰ ਲੈ ਕੇ ਹੈ ਕਨਸਟੀਟਿਊਸ਼ਨ ਆਫ ਇੰਡੀਆ। ਠੀਕ ਹੈ, ਸੰਵਿਧਾਨ। ਠੀਕ ਹੈ, ਸੰਵਿਧਾਨ ਨੂੰ ਮਤਲਬ ਸਮਝਣ ਤੋਂ ਪਹਿਲਾਂ ਅਸੀਂ ਕੀ ਸਮਝਾਂਗੇ ਵੀ ਜਿਹੜਾ ਸਾਡਾ ਸੰਵਿਧਾਨ ਹੈ ਉਹਨੂੰ ਬਣਾਉਣ ਦੇ ਲਈ ਕਿਹੜੇ ਕਿਹੜੇ ਐਕਟ ਜਿਹੜੇ ਪਾਸ ਹੋਏ। ਮਤਲਬ ਕਿ ਜਦੋਂ ਸਾਡਾ ਭਾਰਤ ਦਾ ਸੰਵਿਧਾਨ ਬਣਿਆ ਸੀ ਤਾਂ ਉਸ ਤੋਂ ਪਹਿਲਾਂ ਕੀ ਐਕਟ ਬਣਾਏ ਬ੍ਰਿਟਿਸ਼ ਸਰਕਾਰ ਨੇ, ਜਾਂ ਕਿਹੜੇ ਕਿਹੜੇ ਐਕਟ ਪਾਸ ਕੀਤੇ, ਜਾਂ ਸੰਵਿਧਾਨ ਦੀ ਮੰਗ ਕਦੋਂ ਹੋਈ। ਠੀਕ ਹੈ, ਕਿਹਨੇ ਮੰਗ ਕੀਤੀ, ਇਹ ਸਾਰਾ ਉਹਦੀ ਬੈਕਗਰਾਊਂਡ ਜਿਹੜੀ ਹਿਸਟਰੀ ਹੈ ਥੋੜ੍ਹੀ ਜਿਹੀ ਜਿਹੜੀ ਸੰਵਿਧਾਨ ਦੀ ਉਹ ਅਸੀਂ ਪਹਿਲਾਂ ਡਿਸਕਸ ਕਰਾਂਗੇ। ਤਾਂ ਜਿਹੜਾ ਸਾਡਾ ਅੱਜ ਦਾ ਸਾਡਾ ਫਸਟ ਟੌਪਿਕ ਹੈ ਸੰਵਿਧਾਨ, ਉਹਦੇ ਸਬ ਟੌਪਿਕ ਆ ਅੱਗੇ ਸਾਡੇ ਕੋਲ। ਸਬ ਟੌਪਿਕ ਦੇ ਵਿੱਚ ਸਾਡਾ ਫਸਟ ਸਬ ਟੌਪਿਕ ਹੈ ਜਿਹੜਾ ਉਹ ਹੈਗਾ ਜੀ ਐਕਟ, ਭਾਰਤੀ ਸੰਵਿਧਾਨ ਨਿਰਮਾਣ ਐਕਟ। ਮਤਲਬ ਕਿ ਭਾਰਤ ਦਾ ਸੰਵਿਧਾਨ ਬਣਾਉਣ ਤੋਂ ਪਹਿਲਾਂ ਬ੍ਰਿਟਿਸ਼ ਸਰਕਾਰ ਨੇ ਕਿਹੜੇ ਕਿਹੜੇ ਐਕਟ ਪਾਸ ਕੀਤੇ, ਸਭ ਤੋਂ ਪਹਿਲਾਂ ਕਿਸ ਨੇ ਇਹਦੀ ਮੰਗ ਕੀਤੀ। ਠੀਕ ਹੈ, ਅਸੀਂ ਕਰ ਰਹੇ ਹਾਂ ਪੋਲੀਟੀਕਲ ਸਾਇੰਸ, ਉਹਦਾ ਫਸਟ ਟੌਪਿਕ ਆ ਤੁਹਾਡੇ ਸਿਲੇਬਸ ਦੇ ਵਿੱਚ ਸੰਵਿਧਾਨ। ਤਾਂ ਉਹਦਾ ਫਸਟ ਸਬ ਟੌਪਿਕ ਜਿਹੜਾ ਅਸੀਂ ਇਹ ਕਰ ਰਹੇ ਹਾਂ ਇਹ ਸਬ ਟੌਪਿਕ ਹੈ। ਠੀਕ ਹੈ ਜੀ, ਕਨਸਟੀਟਿਊਸ਼ਨ ਦਾ ਮਤਲਬ ਕਿ ਭਾਰਤੀ ਸੰਵਿਧਾਨ ਨਿਰਮਾਣ ਦੇ ਐਕਟ। ਤਾਂ ਫਸਟ ਹੈ ਜਿਹੜਾ ਸਾਡੇ ਕੋਲੇ ਜੀ ਡਿਮਾਂਡ ਦੀ, ਜਿਵੇਂ ਮੈਂ ਤੁਹਾਨੂੰ ਗੱਲ ਕੀਤੀ ਹੈ ਵੀ ਕਿਹਨੇ ਪਹਿਲਾਂ ਮੰਗ ਕੀਤੀ ਹੈ ਨਾ, ਤਾਂ ਫਸਟ ਐਕਟ ਦੇ ਨਾਲ ਸੰਬੰਧਿਤ ਸਾਡੇ ਕੋਲ ਇੱਕ ਆਉਂਦੀ ਹੈ ਨਹਿਰੂ ਰਿਪੋਰਟ। ਨਹਿਰੂ ਰਿਪੋਰਟ। ਠੀਕ ਹੈ ਜੀ, ਜੋ ਨਹਿਰੂ ਰਿਪੋਰਟ ਹੈ ਇਹ ਜੀ 28 ਫਰਵਰੀ 1928 ਠੀਕ ਹੈ ਦਿੱਲੀ ਦੇ ਵਿੱਚ ਇਸ ਦੀ ਸਭ ਤੋਂ ਪਹਿਲਾਂ ਮਤਲਬ ਸੰਵਿਧਾਨ ਸੰਬੰਧੀ ਗੱਲ ਕੀਤੀ ਗਈ। ਭਾਰਤੀ ਸੰਵਿਧਾਨ ਦੀ ਗੱਲ, ਭਾਰਤੀ ਸੰਵਿਧਾਨ ਦੀ ਗੱਲ। ਠੀਕ ਹੈ ਜੀ, ਤਾਂ ਇਹ ਗੱਲ ਜਿਹੜੀ ਸੰਵਿਧਾਨ ਸੰਬੰਧੀ ਵੀ ਇਸ ਗੱਲ ਕੀ ਹੈ ਵੀ ਜਿਹੜਾ ਭਾਰਤ ਦਾ ਸੰਵਿਧਾਨ ਹੈ ਜਾਂ ਸਾਡਾ ਜਿਹੜਾ ਭਾਰਤ ਹੈ ਸਾਡੇ ਕੋਲੇ ਜਿਹੜਾ ਆਪਣਾ ਇੱਕ ਸੰਵਿਧਾਨ ਹੋਣਾ ਚਾਹੀਦਾ। ਠੀਕ ਹੈ, ਸਿਰਫ ਗੱਲ ਹੋਈ ਇਹਦੇ ਵਿੱਚ, ਜਿਹੜੇ ਇੰਡੀਅਨਸ ਆ ਉਹ ਆਪਣਾ ਪੱਖ ਪੇਸ਼ ਕਰ ਰਹੇ ਆ। ਇਹ ਗੱਲ ਕੌਣ ਕਰ ਰਿਹਾ? ਇਹ ਗੱਲ ਕਰਦੇ ਜੀ ਮੋਤੀ ਲਾਲ ਨਹਿਰੂ। ਮੋਤੀ ਲਾਲ ਨਹਿਰੂ। ਤਾਂ ਇਸ ਕਰਕੇ ਹੀ ਇਸ ਰਿਪੋਰਟ ਨੂੰ ਕਹਿ ਦਿੰਦੇ ਆ ਜੀ ਨਹਿਰੂ ਰਿਪੋਰਟ, ਕਿਉਂਕਿ ਇਸ ਦੀ ਦਿੱਲੀ ਦੇ ਵਿੱਚ ਪਤਾ ਕੀ ਸੀਗਾ, ਜਿਹੜੀ ਕਾਂਗਰਸ ਸਰਕਾਰ ਬਣਦੀ ਆਪਣੇ ਕੋਲੇ, ਆਪਾਂ ਤੁਸੀਂ ਸਾਰਿਆਂ ਨੇ ਪੜ੍ਹਿਆ ਹੋਊਗਾ ਵੀ 1885 ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਬਣ ਚੁੱਕੀ ਹੈ। ਤਾਂ ਹਰ ਸਾਲ ਉਹਨਾਂ ਦੇ ਸੈਸ਼ਨ ਹੋਇਆ ਕਰਦੇ ਆ। ਜਿਹੜਾ ਕਾਂਗਰਸ ਦਾ ਫਸਟ ਸੈਸ਼ਨ ਸੀ ਉਹ ਹੋਇਆ ਸੀ ਮੁੰਬਈ ਦੇ ਵਿੱਚ। ਠੀਕ ਹੈ, ਤਾਂ ਕਿਹਨੇ ਏਓ ਹਿਊਮ ਇਹਦਾ ਰਿਹਾ ਹੈਡ। ਠੀਕ ਹੈ, ਏਓ ਹਿਊਮ ਨੇ ਇਸਟੈਬਲਿਸ਼ ਕੀਤੀ ਹੈ ਇਹ ਪਾਰਟੀ। ਤਾਂ ਫਿਰ ਜਦੋਂ ਉਹ ਪਾਰਟੀ ਬਣ ਜਾਂਦੀ ਹੈ ਉਸ ਤੋਂ ਬਾਅਦ ਹਰ ਸਾਲ ਇਹਦੇ ਸੈਸ਼ਨ ਹੁੰਦੇ ਆ। ਠੀਕ ਹੈ, ਤਾਂ ਉਹ ਸੈਸ਼ਨ ਜਿਹੜੇ ਹੁੰਦੇ ਆ ਤੇ ਉਹਨਾਂ ਦੇ ਵਿੱਚ ਕੀ ਮਤਲਬ ਭਾਰਤੀਆਂ ਦੇ ਕੀ ਡਿਮਾਂਡਸ ਹੋਣਗੀਆਂ, ਕੀ ਉਹਨਾਂ ਨੇ ਆਪਦੇ ਸੰਵਿਧਾਨ ਦੇ ਲਈ ਮਤਲਬ ਆਪਣੀ ਆਜ਼ਾਦੀ ਦੇ ਲਈ ਕੀ ਮਤਲਬ ਅੱਗੇ ਪਲਾਨ ਕਰਨੇ ਆ, ਕਿਹੜੇ ਕਿਹੜੇ ਮੂਵਮੈਂਟਸ ਕਰਨੇ ਆ, ਉਹ ਸਾਰੀਆਂ ਜਿਹੜੀਆਂ ਚੀਜ਼ਾਂ ਡਿਸਕਸ ਕਰਦੀ ਸੀ ਇਹ ਪਾਰਟੀ ਹਰ ਸਾਲ ਜਦੋਂ ਇਹਨਾਂ ਦਾ ਸੈਸ਼ਨ ਹੋਇਆ ਕਰਦਾ ਸੀ। ਤਾਂ ਜਿਹੜੀ ਨਹਿਰੂ ਰਿਪੋਰਟ ਆ ਇਹ ਕਾਂਗਰਸ ਦੇ ਸੈਸ਼ਨ ਦੇ ਵਿੱਚ ਹੀ ਪੇਸ਼ ਕੀਤੀ ਗਈ ਆ ਮੋਤੀ ਲਾਲ ਨਹਿਰੂ ਵੱਲੋਂ। ਤਾਂ ਉੱਥੇ ਉਹਨੇ ਸੰਵਿਧਾਨ ਦੀ ਗੱਲ ਕੀਤੀ ਵੀ ਹਾਂ ਜਿਹੜਾ ਸਾਡਾ ਭਾਰਤ ਹੈ ਸਾਨੂੰ ਵੀ ਇੱਕ ਮਤਲਬ ਕਿ ਆਪਣਾ ਜਿਹੜਾ ਸੰਵਿਧਾਨ ਉਹ
ਚਾਹੀਦਾ ਹੈਗਾ। ਠੀਕ ਹੈ ਜੀ। ਤਾਂ ਭਾਰਤ ਨੂੰ ਅਧਿਰਾਜ ਦਾ ਦਰਜਾ ਦਿੱਤਾ ਜਾਵੇ, ਇਹ ਵੀ ਗੱਲ ਇੱਥੇ ਇਹ ਕਰਦੇ ਆ। ਕਿਸ ਚੀਜ਼ ਦੀ ਗੱਲ ਕੀਤੀ ਹੈ ਹੋਰ? ਭਾਰਤ ਨੂੰ ਅਧਿਰਾਜ ਦਾ ਦਰਜਾ ਦਿੱਤਾ ਜਾਵੇ। ਠੀਕ ਹੈ ਜੀ। ਤਾਂ ਇਸ ਚੀਜ਼ ਦੀ ਡਿਮਾਂਡ ਵੀ ਇਸ ਵਿੱਚ ਕੀਤੀ ਗਈ ਹੈ। ਸਿਰਫ ਗੱਲ ਹੋਈ ਹੈ। ਇਸ ਤੋਂ ਬਾਅਦ ਕੀ ਹੁੰਦਾ ਹੈ? ਇਸ ਤੋਂ ਬਾਅਦ ਫਿਰ ਇੱਕ ਹੋਰ ਸੈਸ਼ਨ ਹੁੰਦਾ ਹੈ ਜਿਹਨੂੰ ਆਪਾਂ ਨਾਮ ਦਿੱਤਾ ਜਾਂਦਾ ਹੈ ਲਾਹੌਰ ਸੈਸ਼ਨ। ਲਾਹੌਰ ਸੈਸ਼ਨ, ਲਾਹੌਰ ਸੈਸ਼ਨ ਇਹਦੇ ਨਾਂ ਤੋਂ ਪਤਾ ਲੱਗ ਰਿਹਾ ਵੀ ਇਹ ਸੈਸ਼ਨ ਕਿੱਥੇ ਹੋਇਆ ਹੋਊਗਾ, ਲਾਹੌਰ ਦੇ ਵਿੱਚ। ਠੀਕ ਹੈ ਜੀ। ਤਾਂ ਇਹ ਜਿਹੜਾ ਸੈਸ਼ਨ ਹੁੰਦਾ ਹੈ ਇਹ 31 ਦਸੰਬਰ 1929, ਦੇਖੋ ਉਸ ਤੋਂ 1 ਸਾਲ ਬਾਅਦ ਦੀ ਗੱਲ ਹੈ ਇਹ। ਠੀਕ ਹੈ, ਹੁੰਦਾ ਹੈ। ਇਹਦੇ ਵਿੱਚ ਜਿਹੜੀ ਕੀ ਹੈ, ਉੱਥੇ ਤਾਂ ਸਿਰਫ ਗੱਲ ਹੋਈ ਆ ਵੀ ਸੰਵਿਧਾਨ ਦੀ ਗੱਲ, ਇੱਥੇ ਪੂਰਨ ਸਵਿਰਾਜ, ਇਹ ਕੁਐਸਚਨ ਬਹੁਤ ਆਉਂਦਾ ਹੈ ਵੀ ਪੂਰਨ ਭਾਰਤੀਆਂ ਨੇ ਪੂਰਨ ਸਵਿਰਾਜ ਦੀ ਮੰਗ ਆ ਜਿਹੜੀ ਉਹ ਕਦੋਂ ਕੀਤੀ, ਕਿੱਥੇ ਕੀਤੀ? ਤਾਂ ਪੂਰਨ ਸਵਿਰਾਜ ਦੀ ਮੰਗ ਕੀਤੀ ਜਾਂਦੀ ਹੈ ਇਸ ਦੇ ਵਿੱਚ। ਠੀਕ ਹੈ ਜੀ। ਇਹ ਜਿਹੜਾ ਪੂਰਨ ਸਵਰਾਜ ਦੀ ਮੰਗ ਕਰਦੇ ਕਿੱਥੇ ਕਰਦੇ ਆ? ਰਾਵੀ ਨਦੀ ਦੇ ਕਿਨਾਰੇ 'ਤੇ ਐਲਾਨ ਕੀਤਾ ਵੀ ਜਿਹੜਾ ਭਾਰਤ ਨੂੰ ਇੱਕ ਸੁਤੰਤਰ ਜਿਹੜਾ ਦੇਸ਼ ਦਾ ਜਿਹੜਾ ਮਤਲਬ ਇੱਕ ਸੁਤੰਤਰ ਦੇਸ਼ ਦਾ ਜਿਹੜਾ ਅਹੁਦਾ ਜਿਹੜਾ ਦਿੱਤਾ ਜਾਵੇ, ਮਤਲਬ ਸੁਤੰਤਰਤਾ ਦੀ ਮੰਗ ਜਿਹੜੀ ਆ ਕਰਦੇ ਹੈਗੇ। ਰਾਵੀ ਨਦੀ ਦੇ ਕਿਨਾਰੇ ਰਾਤ ਦੇ 12 ਵਜੇ। ਠੀਕ ਹੈ ਜੀ। ਤਾਂ ਪੂਰਨ ਸਵਰਾਜ ਦੀ ਮੰਗ ਕੀਤੀ ਜਾਂਦੀ ਹੈ। ਤਾਂ ਜਿਹੜੀ ਦੇਖੋ ਇਹ ਡਿਮਾਂਡ ਸੈਸ਼ਨ ਦੇ ਵਿੱਚ ਹੁੰਦੀ ਹੈ, ਉਸ ਤੋਂ ਬਾਅਦ ਕੁਝ ਮੂਵਮੈਂਟਸ ਹੁੰਦੀਆਂ। ਠੀਕ ਹੈ ਜੀ। ਤਾਂ ਜਿਹੜੀ ਇਹ ਵਾਲੀ ਆਪਾਂ ਘਟਨਾ ਦੀ ਗੱਲ ਕਰ ਰਹੇ ਹਾਂ ਰਾਵੀ ਨਦੀ ਦੇ ਕਿਨਾਰੇ, ਠੀਕ ਹੈ, ਇਹ ਜਿਹੜੀ ਘਟਨਾ ਹੈਗੀ ਜੀ, ਇਹ ਘਟਨਾ ਦਾ ਸੰਬੰਧ ਹੈਗਾ 26 ਜਨਵਰੀ 1930 ਦੇ ਨਾਲ। ਮਤਲਬ ਕਿ ਦੇਖੋ 31 ਦਸੰਬਰ 26 ਜਨਵਰੀ, 26 ਦਿਨਾਂ ਦਾ ਹੀ ਫਰਕ ਹੈ ਨਾ। ਸੈਸ਼ਨ ਹੋਇਆ ਜਿਹੜਾ ਲਾਹੌਰ ਸੈਸ਼ਨ ਹੁੰਦਾ ਹੈ, ਉਹਦੇ ਵਿੱਚ ਸਿਰਫ ਉਹਨਾਂ ਨੇ ਕੀ ਕਿਹਾ, ਮੰਗ ਕੀਤੀ ਹੈ ਪੂਰਨ ਸਵਰਾਜ ਦੀ, ਅਤੇ ਫਿਰ ਕੁਝ ਮੂਵਮੈਂਟਸ ਕਰਦੇ ਹੈ। ਉਸ ਤੋਂ ਬਾਅਦ ਫਿਰ 26 ਜਨਵਰੀ ਨੂੰ ਐਲਾਨ ਕਰ ਦਿੰਦੇ ਆ, ਐਲਾਨ ਕਰ ਦਿੰਦੇ ਆ ਵੀ ਹਾਂ ਅਸੀਂ ਕੀ ਆ ਮਤਲਬ ਸੁਤੰਤਰ ਹੋਵਾਂਗੇ, ਵੀ ਮਤਲਬ ਅਸੀਂ ਜੋ ਵੀ ਸਟਰਗਲ ਕਰਨੀ ਹੈ, ਜੋ ਵੀ ਮੂਵਮੈਂਟਸ ਕਰਨੀਆਂ ਹੁਣ ਮਤਲਬ ਤਿੱਖੇ ਤਰੀਕੇ ਦੇ ਨਾਲ, ਸੰਘਰਸ਼ ਤਰੀਕੇ ਦੇ ਨਾਲ, ਠੀਕ ਹੈ, ਕਰਾਂਗੇ। ਤਾਂ ਇੱਥੇ ਜਿਹੜੀ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਹੈ ਵੀ ਇੱਥੇ 3 ਰੰਗਾ ਜਿਹੜਾ ਝੰਡਾ ਸਾਡਾ ਉਹ ਅਪਣਾਇਆ ਜਾਂਦਾ ਹੈ। 3 ਰੰਗਾ ਝੰਡਾ ਫਸਟ ਟਾਈਮ ਕੁਐਸਚਨ ਹੁੰਦਾ ਵੀ ਫਸਟ ਟਾਈਮ ਜਿਹੜਾ ਸਾਡਾ ਤਿਰੰਗਾ ਕਦੋਂ ਅਪਣਾਇਆ ਗਿਆ। 3 ਰੰਗਾ ਝੰਡਾ ਅਪਣਾਇਆ। ਇਹ ਸਾਰੀ ਜਿਹੜੀ ਮੂਵਮੈਂਟਸ ਆ, ਜਿਹੜੀ ਘਟਨਾ ਦਾ ਸੰਬੰਧ ਹੈਗਾ, ਇਹ ਹੈਗਾ ਜੀ ਰਾਵੀ ਨਦੀ ਦੇ ਕਿਨਾਰੇ ਰਾਤ ਦੇ 12 ਵਜੇ 26 ਜਨਵਰੀ 1930। ਠੀਕ ਹੈ, ਲਾਹੌਰ ਸੈਸ਼ਨ ਤੋਂ ਬਾਅਦ ਇਹ ਘਟਨਾ ਜਿਹੜੀ ਘਟਦੀ ਹੈ। ਤਾਂ ਕਰਕੇ ਇਹਦਾ ਮਤਲਬ ਇਹ ਤੁਹਾਨੂੰ ਮੈਂ ਤਾਂ ਦੱਸ ਰਹੀ ਹਾਂ ਕਿ ਜਿਹੜਾ ਆਪਾਂ ਕਹਿੰਦੇ ਹਾਂ ਵੀ ਜਿਹੜਾ ਆਪਣਾ ਸੰਵਿਧਾਨ ਆ ਹੈ ਨਾ, ਉਹਦੀ ਡੇਟ 26 ਜਨਵਰੀ ਕਿਉਂ ਰੱਖੀ ਗਈ ਹੈ, ਤਾਂ ਇਸ ਕਰਕੇ ਰੱਖੀ ਗਈ ਹੈ ਰਾਜੇ। 1930 ਨੂੰ ਹੀ 26 ਜਨਵਰੀ ਨੂੰ ਹੀ ਜਿਹੜਾ ਐਲਾਨ ਕਰਤਾ ਸੀ ਆਪਣੇ ਜਿਹੜੇ ਲੀਡਰ ਸੀਗੇ, ਜਿਹੜੇ ਮਤਲਬ ਆਜ਼ਾਦੀ ਦੇ ਲਈ ਸੰਘਰਸ਼ ਕਰ ਰਹੇ ਸੀਗੇ, ਤਾਂ ਉਹਨਾਂ ਨੇ ਐਲਾਨ ਹੀ ਕਰਤਾ ਸੀਗਾ ਵੀ ਅਸੀਂ ਜਿਹੜੇ ਭਾਰਤ ਇੱਕ ਸੁਤੰਤਰ ਦੇਸ਼ ਨੂੰ ਬਣਾ ਕੇ ਰਵਾਂਗੇ। ਠੀਕ ਹੈ, ਸੁਤੰਤਰਤਾ ਦਾ ਐਲਾਨ ਕਰਤਾ ਸੀ ਵੀ ਅਸੀਂ ਅੱਜ ਤੋਂ ਬਸ ਸੁਤੰਤਰ ਹੀ ਹੈਗਾ, ਅਸੀਂ ਅੰਗਰੇਜ਼ਾਂ ਦੇ ਅਧੀਨ ਨਹੀਂ ਰਹਿਣਾ। ਤੇ ਇਸ ਤੋਂ ਲਾਹੌਰ ਸੈਸ਼ਨ ਤੋਂ ਬਾਅਦ ਫਿਰ ਕੀ ਹੁੰਦਾ ਜੀ, ਜਦੋਂ ਕਾਫੀ ਮੂਵਮੈਂਟਸ ਹੁੰਦੀਆਂ, ਜਿਵੇਂ ਤੁਹਾਨੂੰ ਪਤਾ ਹੀ ਹੈ ਡਾਂਡੀ ਮਾਰਚ ਹੁੰਦਾ ਹੈ ਨਾ, ਮਹਾਤਮਾ ਗਾਂਧੀ ਕਿੰਨੇ ਅੰਦੋਲਨ ਕਰਦੇ ਆ। ਤਾਂ ਫਿਰ ਜਿਹੜੀ ਬ੍ਰਿਟਿਸ਼ ਸਰਕਾਰ ਆ, ਜਿਹੜੇ ਅੰਗਰੇਜ਼ ਆ, ਉਹ ਵੀ ਫਿਰ ਥੋੜ੍ਹੇ ਸੀਰੀਅਸ ਹੁੰਦੇ ਆ ਵੀ ਇਹ ਜਿਹੜੇ ਬਹੁਤ ਜਿਹੜਾ ਭੱਕ ਚੁੱਕਿਆ ਇੰਡੀਅਨਸ ਆ ਨਾ, ਤਾਂ ਇਹਨਾਂ ਨੂੰ ਸੈਟਿਸਫਾਈ ਤਾਂ ਕਰਨਾ ਹੀ ਪਊਗਾ। ਤਾਂ ਉਹਦੇ ਲਈ 3 ਗੋਲ ਮੇਜ਼ ਕਾਨਫਰੰਸ ਹੋਈਆਂ, ਇਹ ਸਾਰੀਆਂ ਤੁਸੀਂ ਸੁਣੀਆਂ ਹੋਣਗੀਆਂ। ਠੀਕ ਹੈ, 3 ਗੋਲ ਮੇਜ਼ ਕਾਨਫਰੰਸ, ਗੋਲ ਮੇਜ਼ ਕਾਨਫਰੰਸ। ਠੀਕ ਹੈ, ਜਿਹੜੀਆਂ 3 ਗੋਲ ਮੇਜ਼ ਕਾਨਫਰੰਸ ਹੋਈਆਂ, ਇਹ ਤੁਹਾਨੂੰ ਪਤਾ ਹੀ ਹੈ ਲਗਾਤਾਰ ਹੀ ਹੁੰਦੀਆਂ, 30, 31 ਤੇ 32। ਇਹਨਾਂ 'ਚੋਂ ਜਿਹੜੀ 31 ਵਾਲੀ ਹੈ, ਇਹਦੇ 'ਚ ਮਹਾਤਮਾ ਗਾਂਧੀ ਹੈ ਜਿਹੜੇ ਉਹ ਨਹੀਂ ਜਾਂਦੇ। ਠੀਕ ਹੈ, 32 ਵਾਲੀ 'ਚ ਜਾਂਦੇ ਆ। ਪਰ ਆਪਣਾ ਮਤਲਬ ਕੀ ਇਹਦੇ ਨਾਲ, ਆਪਣਾ ਜਿਹੜਾ ਮੇਨ ਮਕਸਦ ਆ ਸੰਵਿਧਾਨ ਦਾ ਕੀ ਸੰਬੰਧ ਹੈ ਇਹਦੇ ਨਾਲ, ਆਪਣਾ ਜਿਹੜਾ ਸੰਵਿਧਾਨ ਦਾ ਜਿਹੜਾ ਸੰਬੰਧ ਆ ਉਹ 3rd ਕਾਨਫਰੰਸ ਦੇ ਨਾਲ ਹੈ। ਜਿਹੜੀ 3rd ਹੋਈ ਹੈ ਨਾ, 3rd ਗੋਲ ਟੇਬਲ ਕਾਨਫਰੰਸ, ਜਿਹੜੀ 3rd ਗੋਲ ਮੇਜ਼ ਕਾਨਫਰੰਸ ਹੋਈ ਹੈ, ਇਹ 17 ਨਵੰਬਰ ਤੋਂ ਲੈ ਕੇ
24 ਦਸੰਬਰ 1932 ਤੱਕ ਚੱਲਦੀ ਹੈ। ਮਤਲਬ ਇਹ ਤਾਂ ਹੈ ਨਹੀਂ ਸੀਗੀ ਵੀ ਇੱਕ ਦਿਨ 'ਚ ਹੀ ਖਤਮ ਹੋ ਜੂਗੀ, ਹੈ ਨਾ। ਤਾਂ ਕਾਫੀ ਦਿਨ ਜਿਹੜੀ ਡਿਸਕਸ਼ਨ ਚੱਲਦੀ ਹੈ। ਗੋਲਮੇਜ ਕਾਨਫਰੰਸ ਇਹ ਜਿਹੜੀਆਂ ਹੋਈਆਂ ਇਹ ਇੰਗਲੈਂਡ ਦੇ ਵਿੱਚ ਹੀ ਹੋਈਆਂ, ਠੀਕ ਹੈ ਜੀ। ਗੋਲਮੇਜ ਕਾਨਫਰੰਸਿਸ ਨੂੰ ਤਾਂ ਕਹਿੰਦੇ ਸੀ, ਇੱਕ ਗੋਲ ਟੇਬਲ ਹੁੰਦਾ ਸੀ ਅਤੇ ਉਹਦੇ ਆਸੇ ਪਾਸੇ ਜਿਹੜੇ ਲੋਕ ਉਹ ਬੈਠ ਕੇ ਮਤਲਬ ਜੋ ਵੀ ਲੀਡਰ ਸੀ, ਇੰਡੀਅਨ ਸੀ, ਹੈ ਨਾ, ਜੋ ਬ੍ਰਿਟਿਸ਼ ਸੀਗੇ, ਡਿਸਕਸ਼ਨ ਕਰਦੇ ਸੀਗੇ। ਤਾਂ ਕਰਕੇ ਜਿਹੜੇ ਇਹਨੂੰ ਗੋਲਮੇਜ ਕਾਨਫਰੰਸ ਦਾ ਨਾਮ ਦਿੱਤਾ ਜਾਂਦਾ, ਠੀਕ ਹੈ ਜੀ। ਤਾਂ ਜਦੋਂ ਇਹ ਹੁੰਦੀ ਹੈ ਤਾਂ ਇਹਦੇ ਵਿੱਚ ਕੀ ਸੀਗਾ, ਇੱਕ ਬਹੁਤ ਅੱਛਾ ਜਿਹੜਾ ਇਹਦਾ ਰਿਜ਼ਲਟ ਰਿਹਾ, ਕਹਿ ਲਓ ਵੀ ਇੱਕ ਸਾਡੇ ਸੰਵਿਧਾਨ ਦਾ ਇੱਕ ਆਧਾਰ ਰਿਹਾ ਇਸ ਕਾਨਫਰੰਸ ਦਾ ਰਿਜ਼ਲਟ। ਇਸ ਕਾਨਫਰੰਸ ਦੇ ਸਿੱਟੇ ਵਜੋਂ, ਇਸ ਦੇ ਰਿਜ਼ਲਟ ਵਜੋਂ ਕੀ ਹੋਇਆ, ਜਿਹੜੇ ਬ੍ਰਿਟਿਸ਼ ਸਰਕਾਰ ਸੀ ਉਸਨੇ ਕੀ ਕੀਤਾ, ਇੱਕ ਐਕਟ ਪਾਸ ਕੀਤਾ। ਐਕਟ ਕਹਿੰਦੇ ਆ ਇਸ ਨੂੰ, ਠੀਕ ਹੈ। ਇਹ ਐਕਟ ਕੀ ਹੈ, ਗਵਰਨਮੈਂਟ ਐਕਟ ਆਫ ਇੰਡੀਆ ਇੰਡੀਆ 1935, ਠੀਕ ਹੈ ਜੀ। ਇਹ ਐਕਟ 1935 ਦੇ ਵਿੱਚ ਜਿਹੜਾ ਪਾਸ ਕਰਦੀ ਹੈ ਬ੍ਰਿਟਿਸ਼ ਸਰਕਾਰ। ਤਾਂ ਇਹ ਸਾਡੇ ਸੰਵਿਧਾਨ ਦੇ ਲਈ ਮੋਸਟ ਇੰਪੋਰਟੈਂਟ ਹੈ, ਵੈਰੀ ਇੰਪੋਰਟੈਂਟ, ਠੀਕ ਹੈ ਜੀ। ਇਹਨੂੰ ਨੋਟ ਕਰ ਲਓ, ਮਤਲਬ ਕਹਿ ਲਓ ਵੀ ਆਪਣੇ ਮਾਈਂਡ ਦੇ ਵਿੱਚ ਜੀ ਇਹਨੂੰ ਫਿੱਟ ਕਰ ਲਓ, ਠੀਕ ਹੈ। ਇਸ ਤੋਂ ਬਾਅਦ ਕੀ ਹੈ, ਜਿਹੜਾ ਇਹ ਆਪਾਂ ਐਕਟ ਦੀ ਗੱਲ ਕਰ ਰਹੇ ਹਾਂ, ਠੀਕ ਹੈ। ਐਕਟ 1935 ਵੀ ਕਹਿ ਦਿੰਦੇ ਆ ਇਸ ਨੂੰ। ਐਕਟ 1935, ਠੀਕ ਹੈ। ਬਲੂ ਪ੍ਰਿੰਟ ਵੀ ਕਹਿ ਦਿੰਦੇ ਆ ਇਸ ਨੂੰ, ਬਲੂ ਪ੍ਰਿੰਟ, ਠੀਕ ਹੈ। ਵਾਈਟ ਐਕਟ, ਫਿਰ ਭਾਰਤੀ ਸੰਵਿਧਾਨ ਦਾ ਆਧਾਰ, ਠੀਕ ਹੈ ਜੀ। ਤਾਂ ਕਹਿੰਦਾ ਭਾਵ ਵੀ ਜੋ ਵੀ ਸਾਡਾ ਜਿਹੜਾ ਕੌਨਸਟੀਟਿਊਸ਼ਨ ਹੈ, ਠੀਕ ਹੈ, ਇਹ 95% ਤੁਹਾਨੂੰ ਪਤਾ ਹੀ ਹੋਊਗਾ ਵੀ ਦੂਸਰੇ ਦੇਸ਼ਾਂ ਤੋਂ ਲਿਆ ਹੋਇਆ ਹੈ, 95%, ਠੀਕ ਹੈ। ਮਤਲਬ ਉਧਾਰ ਲੈਤਾ ਹੋਇਆ ਹੈ, ਉਧਾਰ ਦਾ ਥੈਲਾ ਕਹਿ ਦਿੰਦੇ ਹਨ ਕਿਹਨੂੰ, ਸਾਡੇ ਸੰਵਿਧਾਨ ਨੂੰ, 95%, ਠੀਕ ਹੈ ਜੀ, ਦੂਸਰੇ ਦੇਸ਼ਾਂ ਤੋਂ। ਜਦੋਂ 95 ਦੂਸਰੇ ਦੇਸ਼ਾਂ ਤੋਂ ਲਿਆ ਤਾਂ ਜਿਹੜਾ ਕੁਛ ਰਹਿ ਗਿਆ, ਉਹ ਜਿਹੜਾ ਐਕਟ ਸੀ 1935 ਦੇ ਵਿੱਚ ਜਿਹੜਾ ਪਾਸ ਕੀਤਾ ਸਰਕਾਰ ਨੇ, ਬ੍ਰਿਟਿਸ਼ ਸਰਕਾਰ ਨੇ, ਉਹ ਇਹਦੇ ਵਿੱਚੋਂ ਲਿਆ ਗਿਆ। ਮਤਲਬ ਇਹਨੂੰ ਵੇਸ ਬਣਾ ਕੇ ਜਿਹੜਾ ਸਾਡਾ ਸੰਵਿਧਾਨ ਤਿਆਰ ਕੀਤਾ ਗਿਆ, ਉਸ ਨੂੰ ਉਹਦਾ ਵੇਸ ਆ ਜਿਹੜਾ ਉਹ ਐਕਟ 1935 ਜਿਹੜਾ ਐਕਟ ਆ ਉਹ ਹੈ। ਤਾਂ ਕਰਕੇ ਕਈ ਵਾਰ ਕੁਐਸਚਨ ਆ ਜਾਂਦਾ ਵੀ ਭਾਰਤੀ ਸੰਵਿਧਾਨ ਦਾ ਬਲੂ ਪ੍ਰਿੰਟ ਕਿਹੜੇ ਐਕਟ ਨੂੰ ਕਿਹਾ ਜਾਂਦਾ, ਤੇ ਇਹ ਵੀ ਐਕਟ 1935 ਨੂੰ ਕਿਹਾ ਜਾਂਦਾ, ਠੀਕ ਹੈ ਜੀ। ਜਿਹੜਾ ਇਹ ਐਕਟ ਸੀਗਾ ਇਹਦੇ ਵਿੱਚ ਇਸ ਨੂੰ ਇੱਕ ਹੋਰ ਵੀ ਨਾਂ ਦਿੱਤਾ ਜਾਂਦਾ ਹੈ, ਇਹਨੂੰ ਨਾ ਇਹਦਾ ਜਿਹੜਾ ਮਤਲਬ ਜਿਹੜੀ ਇਹ ਮੂਵਮੈਂਟ ਸੀ ਇਹਦੇ 'ਚ ਜਿਹੜਾ ਅੰਗਰੇਜ਼ ਅਧਿਕਾਰੀ ਸੀਗਾ ਮਾਊਂਟ ਚੈਮਸਫੋਰਡ, ਤਾਂ ਕਰਕੇ ਇਹਨੂੰ ਮਾਊਂਟ ਚੈਮਸਫੋਰਡ ਸੁਧਾਰ ਵੀ ਕਿਹਾ ਜਾਂਦਾ, ਠੀਕ ਹੈ ਜੀ। ਇਸ ਐਕਟ ਨੂੰ ਇਸ ਨਾਂ ਨਾਲ ਵੀ ਅਸੀਂ ਜਾਣਦੇ ਹਾਂ, ਠੀਕ ਹੈ ਜੀ। ਤਾਂ ਇਹਦੇ ਵਿੱਚ ਕੀ ਹੈਗਾ ਰਾਜੇ, ਜਿਹੜੇ ਦੋਹਰੀ ਸ਼ਾਸਨ ਪ੍ਰਣਾਲੀ ਸੀ ਉਹਨੂੰ ਖਤਮ ਕਰ ਦਿੱਤਾ ਗਿਆ। ਦੋਹਰੀ ਸ਼ਾਸਨ ਪ੍ਰਣਾਲੀ ਖਤਮ, ਤਾਂ ਇਸ ਚੀਜ਼ ਨੂੰ ਬਹੁਤ ਵੱਡਾ ਇੱਕ ਮਤਲਬ ਸੁਧਾਰ ਮੰਨਿਆ ਜਾਂਦਾ। ਦੋਹਰੀ ਸ਼ਾਸਨ ਪ੍ਰਣਾਲੀ ਕੀ ਸੀਗੀ, ਜਿਹੜਾ ਪਹਿਲਾਂ ਜਿਹੜਾ ਸਾਡਾ ਮਤਲਬ ਕਹਿ ਲਓ ਵੀ ਅੰਗਰੇਜ਼ ਜਿਹੜਾ ਸਿਸਟਮ ਚਲਾ ਰਹੇ ਸੀ, ਹੈ ਨਾ, ਉਹਦੇ ਵਿੱਚ ਕੀ ਸੀਗਾ ਵੀ ਜਿਹੜੇ ਰਾਜ ਸੀ ਉਹਨਾਂ ਦਾ ਅਲੱਗ ਚੱਲ ਰਿਹਾ ਸੀਗਾ ਸਿਸਟਮ, ਸ਼ਾਸਨ ਅਲੱਗ, ਸ਼ਾਸਨ ਪ੍ਰਣਾਲੀ ਅਲੱਗ ਸੀ ਅਤੇ ਕੇਂਦਰ ਦੀ ਅਲੱਗ ਸੀ, ਠੀਕ ਹੈ ਜੀ। ਤਾਂ ਉਹ ਚੀਜ਼ ਨੂੰ ਖਤਮ ਕਰ ਦਿੱਤਾ ਗਿਆ। ਕੁਐਸਚਨ ਉਹਨਾਂ ਦਾ ਵੀ ਦੋਹਰੀ ਸ਼ਾਸਨ ਪ੍ਰਣਾਲੀ ਕਦੋਂ ਖਤਮ ਕੀਤੀ ਗਈ, ਠੀਕ ਹੈ। ਤਾਂ ਇਸ ਐਕਟ ਤੋਂ ਬਾਅਦ, ਐਕਟ 1935 ਤੋਂ ਬਾਅਦ ਜਿਹੜੀ ਦੋਹਰੀ ਸ਼ਾਸਨ ਪ੍ਰਣਾਲੀ ਸੀ ਉਹਨੂੰ ਬਿਲਕੁਲ ਜਿਹੜਾ ਖਤਮ ਕਰ ਦਿੱਤਾ ਗਿਆ। ਨਵੇਂ ਸਿਰੇ ਤੋਂ ਜਿਹੜਾ ਸਿਸਟਮ ਬਣਾਇਆ ਗਿਆ, ਨਵੇਂ ਜਿਹੜੇ ਸੁਧਾਰ ਉਹ
ਕੀਤੇ ਗਏ, ਤਾਂ ਕਰਕੇ ਜਿਹੜਾ ਐਕਟ 1935 ਹੈ ਉਹਨੂੰ ਸਾਡੇ ਸੰਵਿਧਾਨ ਦਾ ਜਿਹੜਾ ਆਧਾਰ ਕਿਹਾ ਜਾਂਦਾ। ਤਾਂ ਇਸ ਤੋਂ ਬਾਅਦ ਫਿਰ ਕੀ ਹੋਇਆ, ਇੱਕ ਮਿਸ਼ਨ ਆਇਆ ਇੰਡੀਆ ਦੇ ਵਿੱਚ, ਕ੍ਰਿਪਸ ਮਿਸ਼ਨ। ਕ੍ਰਿਪਸ ਮਿਸ਼ਨ ਕਿਉਂ ਆਇਆ? ਠੀਕ ਹੈ, ਕ੍ਰਿਪਸ ਮਿਸ਼ਨ ਆਇਆ ਵੀ ਐਲਾਨ ਕਰਨ ਦੇ ਲਈ, ਮਤਲਬ ਐਲਾਨ ਕੀ, ਮਤਲਬ ਯੋਜਨਾ ਬਣਾਉਣ ਦੇ ਲਈ। ਕਾਹਦੀ ਯੋਜਨਾ? ਭਾਰਤੀ ਸੰਵਿਧਾਨ ਸਭਾ ਦੀ ਯੋਜਨਾ। ਠੀਕ ਹੈ, ਹੁਣ ਦੇਖੋ ਇਹਦਾ ਕੀ ਸੰਬੰਧ ਹੈ। 1935 'ਚ ਐਕਟ ਪਾਸ ਹੋ ਗਿਆ, ਠੀਕ ਹੈ, ਪਰ ਜਿਹੜੇ ਇੰਡੀਅਨ ਸੀ ਉਹ ਸੈਟਿਸਫਾਈ ਨਹੀਂ ਸੀਗੇ, ਉਹ ਬਿਲਕੁਲ ਵੀ ਸੈਟਿਸਫਾਈ ਨਹੀਂ ਸੀ। ਉਹ ਕਹਿੰਦੇ ਸੀ ਸਾਨੂੰ ਆਪਣਾ ਸੰਵਿਧਾਨ ਚਾਹੀਦਾ, ਠੀਕ ਹੈ, ਸਾਨੂੰ ਆਪਣੀ ਹੀ ਸਰਕਾਰ ਚਾਹੀਦੀ ਹੈ, ਸਾਨੂੰ ਇੱਕ ਸੁਤੰਤਰ ਜਿਹੜਾ ਭਾਰਤ ਜਿਹੜਾ ਉਹ ਚਾਹੀਦਾ। ਪਰ ਅੰਗਰੇਜ਼ ਇਹ ਗੱਲ ਮੰਨਣ ਦੇ ਲਈ ਤਿਆਰ ਨਹੀਂ ਸੀਗੇ, ਉਹ ਇਸ ਚੀਜ਼ ਨੂੰ ਸਮਝ ਨਹੀਂ ਰਹੇ ਸੀ, ਪਰ ਉਹਨਾਂ ਨੂੰ ਮੰਨਣਾ ਪਿਆ। ਕਿਉਂ ਮੰਨਣਾ ਪਿਆ? ਜਦੋਂ ਦੂਸਰਾ ਵਿਸ਼ਵ ਯੁੱਧ ਹੁੰਦਾ ਹੈ, ਦੂਸਰਾ ਵਿਸ਼ਵ ਯੁੱਧ ਕਦੋਂ ਹੋਇਆ ਹੈ? 1939 ਤੋਂ ਲੈ ਕੇ 1940 ਤੱਕ, ਠੀਕ ਹੈ, ਚੱਲਦਾ। ਤਾਂ ਉਦੋਂ ਫਿਰ ਜਿਹੜਾ ਆਪਣਾ ਵਾਇਸਰਾਏ ਸੀ ਇੰਡੀਆ ਦਾ, ਲਿਲਨਿਥ ਗੋ ਵਾਇਸਰਾਏ, ਠੀਕ ਹੈ ਜੀ। ਤਾਂ ਉਹਨੇ ਇੱਕ ਐਲਾਨ ਕੀਤਾ। ਉਹਨੇ ਕੀ ਐਲਾਨ ਕੀਤਾ? ਪਹਿਲੀ ਗੱਲ ਤਾਂ ਜਿਹੜਾ ਐਲਾਨ ਕਦੋਂ ਕੀਤਾ ਉਹਨੇ? 8 ਅਗਸਤ 1940, ਠੀਕ ਹੈ। ਜਿਹੜਾ ਕ੍ਰਿਪਸ ਮਿਸ਼ਨ ਸੀਗਾ ਜੀ, ਉਹ ਆਇਆ ਸੀਗਾ 42 ਦੇ ਵਿੱਚ, ਠੀਕ ਹੈ। ਕ੍ਰਿਪਸ ਮਿਸ਼ਨ 42 ਦੇ ਵਿੱਚ ਆਇਆ, ਪਰ ਐਲਾਨ ਜਿਹੜਾ ਉਹਨੇ 40 'ਚ ਕੀਤਾ। ਇਹ ਐਲਾਨ ਕੀ ਸੀ? ਇਸ ਐਲਾਨ ਨੂੰ ਅਗਸਤ ਦੇ ਵਿੱਚ ਕੀਤਾ ਕਰਕੇ ਅਗਸਤ ਤੇ ਐਲਾਨ ਵੀ ਕਹਿੰਦੇ ਆ। ਇਹਦੇ 'ਚ ਐਲਾਨ ਸੀਗਾ ਇੰਡੀਅਨਸ ਨੂੰ, ਇਹ ਕਹਿੰਦਾ ਵੀ ਤੁਸੀਂ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਸਾਡਾ ਸਾਥ ਦਿਓ। ਕਿਹਦਾ ਸਾਥ ਦਿਓ? ਇੰਗਲੈਂਡ ਦਾ ਸਾਥ ਦਿਓ। ਤੁਸੀਂ ਸਾਡਾ ਸਾਥ ਦਿਓ, ਜਦੋਂ ਹੀ ਯੁੱਧ ਖਤਮ ਹੋ ਜਾਊਗਾ ਅਸੀਂ ਤੁਹਾਨੂੰ ਜਿਹੜਾ ਸੁਤੰਤਰ ਕਰ ਦਿਆਂਗੇ, ਮਤਲਬ ਤੁਹਾਨੂੰ ਆਜ਼ਾਦੀ ਦੇ ਦਿਆਂਗੇ, ਠੀਕ ਹੈ। ਤਾਂ ਕਿਉਂਕਿ ਇੱਕ ਪਾਸੇ ਜਰਮਨ ਸੀ ਸੈਕੰਡ ਵਰਲਡ ਵਾਰ ਦੇ ਵਿੱਚ, ਤੇ ਦੂਸਰੇ ਪਾਸੇ ਜਿਹੜਾ ਇੰਗਲੈਂਡ, ਰੂਸ, ਅਮਰੀਕਾ, ਠੀਕ ਹੈ, ਫਰਾਂਸ, ਇਹ ਸਾਰੀਆਂ ਜਿਹੜੀਆਂ ਕੰਟਰੀਆਂ ਸੀ। ਤਾਂ ਇੰਗਲੈਂਡ ਚਾਹੁੰਦਾ ਸੀ ਵੀ ਇੰਡੀਆ ਵੀ ਸਾਡੇ ਨਾਲ ਇੱਧਰ ਸ਼ਾਮਲ ਹੋ ਜਾਏ ਜਰਮਨ ਦੇ ਅਗੇਂਸਟ। ਤਾਂ ਉਹਨਾਂ ਨੇ ਇੰਡੀਅਨਸ ਨੂੰ ਲਾਲਚ ਦਿੱਤਾ ਵੀ ਤੁਸੀਂ ਸ਼ਾਮਲ ਹੋ ਜਾਓ ਤਾਂ ਅਸੀਂ ਤੁਹਾਨੂੰ ਆਜ਼ਾਦੀ ਦੇ ਦੇਵਾਂਗੇ। ਪਰ ਜਿਹੜੇ ਸਾਡੇ ਇੰਡੀਅਨਸ ਕ੍ਰਾਂਤੀਕਾਰੀ ਸੀ, ਜਾਂ ਮਹਾਤਮਾ ਗਾਂਧੀ ਜਾਂ ਨਹਿਰੂ, ਜਾਂ ਜੋ ਵੀ ਮੂਵਮੈਂਟਸ ਦੇ ਵਿੱਚ ਸ਼ਾਮਲ ਸੀਗੇ, ਜੋ ਮਤਲਬ ਆਜ਼ਾਦੀ ਲਈ ਲੜ ਰਹੇ ਸੀ, ਉਹਨਾਂ ਨੇ ਮਤਲਬ ਕੋਈ ਵੀ ਜਿਹੜੀ ਇਹਨਾਂ ਦੀ ਇਸ ਜਿਹੜਾ ਐਲਾਨ ਆ ਜਿਹੜਾ ਇਹਨੂੰ ਨਹੀਂ ਮਤਲਬ ਮੰਨਿਆ, ਠੀਕ ਆ। ਉਹਨਾਂ ਲਈ ਇੱਕ ਲੋਲੀਪੌਪ ਕਿਹਾ ਗਿਆ। ਉਹਨਾਂ ਨੇ ਵੀ ਕਹਿੰਦੇ ਵੀ ਜਿਹੜਾ ਇਹ ਅਗਸਤ ਤੇ ਐਲਾਨ ਹੈ ਇੱਕ ਲੋਲੀਪੌਪ ਹੈ, ਇਹਨਾਂ ਨੇ ਕੁਛ ਨਹੀਂ ਕਰਨਾ, ਯੁੱਧ ਤੋਂ ਬਾਅਦ ਵੀ ਸਾਨੂੰ ਇਸ ਤਰੀਕੇ ਨਾਲ ਹੀ ਰੱਖਣਗੇ। ਤੇ ਤੁਹਾਨੂੰ ਪਤਾ ਹੀ ਹੈ ਭਾਰਤ ਛੱਡੋ ਅੰਦੋਲਨ ਚੱਲਿਆ, ਫਿਰ ਭਾਰਤ ਛੱਡੋ ਅੰਦੋਲਨ ਚਲਾਇਆ ਮਹਾਤਮਾ ਗਾਂਧੀ ਨੇ, ਹੈ ਨਾ। ਤਾਂ ਇਸ ਚੀਜ਼ ਦਾ ਬਹੁਤ ਜਿਹੜਾ ਪ੍ਰਭਾਵ ਪਿਆ, ਬਹੁਤ ਜਿਹੜਾ ਮੂਵਮੈਂਟ ਬਹੁਤ ਤੇਜ਼ ਹੋ ਗਿਆ ਇੰਡੀਆ ਦੇ ਵਿੱਚ, ਠੀਕ ਹੈ। ਤਾਂ ਇਹ ਸਾਰੀਆਂ ਮੂਵਮੈਂਟਸ ਦੇ ਕਰਕੇ ਫਿਰ ਜਿਹੜਾ ਅੰਗਰੇਜ਼ ਹੈ ਜਾਂ ਬ੍ਰਿਟਿਸ਼ ਸਰਕਾਰ ਹੈ, ਹੈ ਨਾ, ਇੰਗਲੈਂਡ ਜਿਹੜੀ ਸਰਕਾਰ ਸੀ, ਉਹਨਾਂ ਨੇ ਫਿਰ ਇੰਡੀਆ ਦੇ ਵਿੱਚ ਕੀ ਭੇਜਿਆ? ਇਸ ਦੇ ਨਤੀਜੇ ਵਜੋਂ ਕੀ ਆਇਆ? ਕ੍ਰਿਪਸ ਮਿਸ਼ਨ ਆਇਆ ਭਾਰਤ, ਠੀਕ ਹੈ ਜੀ। ਕ੍ਰਿਪਸ ਮਿਸ਼ਨ ਆਇਆ ਤੇ ਉਹ ਕਹਿੰਦੇ ਇੰਡੀਅਨਸ ਨੂੰ ਸ਼ਾਂਤ ਕਰਿਆ ਵੀ ਤੁਸੀਂ ਸ਼ਾਂਤ ਰਹੋ, ਅਸੀਂ ਕੁਛ ਨਾ ਕੁਛ ਕਰਦੇ ਹਾਂ, ਮਤਲਬ ਤੁਹਾਡੇ ਲਈ ਅਸੀਂ ਇੱਕ ਮਤਲਬ ਕੋਈ ਸੰਵਿਧਾਨ ਸਭਾ ਤਿਆਰ ਕਰਦੇ ਵੀ ਸੰਵਿਧਾਨ ਦੀ ਮੰਗ ਕਰ ਰਹੇ ਹੋ, ਸੁਤੰਤਰਤਾ ਦੀ ਮੰਗ ਕਰ ਰਹੇ ਹੋ। ਸੁਤੰਤਰਤਾ ਦੇ ਲਈ ਜਿਹੜਾ ਸ਼ਾਸਨ ਚਲਾਉਣ ਦੇ ਲਈ, ਸਰਕਾਰ ਚਲਾਉਣ ਦੇ ਲਈ ਇੱਕ ਸੰਵਿਧਾਨ ਚਾਹੀਦਾ, ਕੌਨਸਟੀਟਿਊਸ਼ਨ ਚਾਹੀਦਾ। ਤੇ ਕੌਨਸਟੀਟਿਊਸ਼ਨ ਬਣਾਉਣ ਦੇ ਲਈ ਇੱਕ ਤੁਹਾਨੂੰ ਪਹਿਲਾਂ ਸੰਵਿਧਾਨ ਸਭਾ ਦਾ ਜਿਹੜਾ ਗਠਨ ਕਰਨਾ ਪੈਣਾ ਗਾ, ਠੀਕ ਹੈ। ਤਾਂ ਸਿਰਫ ਗੱਲ ਕ੍ਰਿਪਸ ਮਿਸ਼ਨ ਦੇ ਵਿੱਚ ਸਿਰਫ ਗੱਲ ਕੀਤੀ ਹੈ, ਸਿਰਫ ਇੱਕ
ਉਹਨਾਂ ਨੂੰ ਸ਼ਾਂਤ ਕਰਨ ਦੇ ਲਈ ਸਿਰਫ ਕਿਹਾ, ਉਹ ਮਿਸ਼ਨ ਆਇਆ, ਸਿਰਫ ਉਹਨੇ ਗੱਲ ਕੀਤੀ ਹੈ, ਕੋਈ ਉਹਨੇ ਇਹ ਨਹੀਂ ਕਿਹਾ ਵੀ ਹਾਂ ਸੰਵਿਧਾਨ ਸਭਾ ਬਣਾ ਲਓ। ਇਹਨਾਂ ਨੂੰ ਉਧਰੋਂ ਸੈਕੰਡ ਵਰਲਡ ਵਾਰ ਚੱਲ ਰਹੀ ਹੈ, ਤਾਂ ਇੰਗਲੈਂਡ ਨੂੰ ਇਹ ਸੀਗਾ ਵੀ ਜੇ ਯੁੱਧ ਖਤਮ ਹੋ ਜਾਂਦਾ, ਸ਼ਾਂਤੀ ਹੋ ਜਾਂਦੀ ਹੈ, ਤਾਂ ਅਸੀਂ ਜਿਹੜਾ ਇੰਡੀਆ ਨੂੰ ਕੰਟਰੋਲ ਕਰ ਲਾਂਗੇ ਫਿਰ ਤੋਂ ਮੁੜ ਤੋਂ, ਠੀਕ ਹੈ। ਪਰ ਉਧਰ ਜਿਹੜਾ ਯੁੱਧ ਖਤਮ ਨਹੀਂ ਹੋ ਰਿਹਾ, ਉਧਰੋਂ ਉਹਨਾਂ ਜਿਹੜਾ ਧਿਆਨ ਆ ਉਹ ਨਾ ਤਾਂ ਇੰਡੀਆ 'ਤੇ ਦੇ ਰਿਹਾ ਪ੍ਰੋਪਰ ਦੇ ਪਾ ਰਹੇ, ਅਤੇ ਨਾ ਹੀ ਸੈਕੰਡ ਵਰਲਡ ਵਾਰ 'ਚ ਦੇ ਪਾ ਰਹੇ ਆ। ਤਾਂ ਉਸ ਕਰਕੇ ਕ੍ਰਿਪਸ ਮਿਸ਼ਨ ਇੱਕ ਵਾਰੀ ਜਿਹੜੇ ਇੰਡੀਅਨਸ ਨੂੰ ਸ਼ਾਂਤ ਕਰਨ ਦੇ ਲਈ ਆਉਂਦਾ, ਠੀਕ ਹੈ, ਪਰ ਉਹਦਾ ਲੋਕਾਂ 'ਤੇ ਕੋਈ ਵੀ ਜਿਹੜਾ ਅਸਰ ਨਹੀਂ ਹੁੰਦਾ। ਤਾਂ ਫਿਰ ਕੀ ਹੁੰਦਾ ਜੀ, ਲਾਸਟ 'ਤੇ ਕੈਬਨਿਟ ਮਿਸ਼ਨ ਆਇਆ, ਉਹਨਾਂ ਨੇ ਇੱਕ ਹੋਰ ਮਿਸ਼ਨ ਭੇਜਿਆ, ਕੈਬਨਿਟ ਮਿਸ਼ਨ। ਜਿਹੜਾ ਕੈਬਨਿਟ ਮਿਸ਼ਨ ਆਇਆ ਨਾ, ਫਿਰ ਇਹਨੇ ਐਲਾਨ ਕੀਤਾ, ਇਹਨੇ ਘੋਸ਼ਣਾ ਕੀਤੀ ਵੀ ਹਾਂ ਭਾਈ ਸਾਡੇ ਹੱਥ ਖੜੇ ਆ, ਤੁਸੀਂ ਜਿਹੜਾ ਆਪਦਾ ਸੰਵਿਧਾਨ ਉਹ ਬਣਾ ਲਓ। ਇਹ ਆਇਆ ਜੀ 19 ਫਰਵਰੀ 1946 ਨੂੰ। ਇਹਨੇ ਫਿਰ ਆ ਕੇ ਜਿਹੜੀ ਘੋਸ਼ਣਾ ਕਰਤੀ ਪ੍ਰੋਪਰ, ਮਤਲਬ ਸਿਸਟਮੈਟਿਕ, ਇਹ ਜਿਹੜੀ ਘੋਸ਼ਣਾ ਹੋਈ ਹੈ, ਇਹ ਆਇਆ ਹੈ ਇੱਕ ਮਿਸ਼ਨ ਹੈ ਜਿਹੜਾ ਕੈਬਨਿਟ ਮਿਸ਼ਨ ਹੈ, ਇਹ ਆਇਆ ਕਦੋਂ ਹੈ 46 ਦੇ ਵਿੱਚ, ਠੀਕ ਹੈ ਜੀ, 12 ਫਰਵਰੀ 1946 ਨੂੰ ਆਇਆ। ਤਾਂ ਘੋਸ਼ਣਾ ਜਿਹੜੀ ਇਹਨਾਂ ਨੇ ਕੀਤੀ ਹੈ ਉਹ ਕੀਤੀ ਹੈ ਜੀ 23 ਮਾਰਚ 1946, ਠੀਕ ਹੈ। ਮਤਲਬ ਇੰਡੀਆ ਆਇਆ ਇਹ, ਉਹਨਾਂ ਦਾ ਕੈਬਨਿਟ ਮਿਸ਼ਨ ਤੁਹਾਨੂੰ ਪੁੱਛਣਗੇ, ਇਹ ਰਾਜੇ ਵੈਰੀ 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 ਇੰਪੋਰਟੈਂਟ ਹੈ ਸੰਵਿਧਾਨ ਦੇ ਵਿੱਚ, ਠੀਕ ਹੈ। ਤਾਂ ਜੇ ਮਿਸ਼ਨ ਪੁੱਛਦੇ ਆ ਕਦੋਂ ਆਇਆ, ਤਾਂ ਇਹ 19 ਫਰਵਰੀ 1946 ਨੂੰ ਆਇਆ ਇੰਡੀਆ। ਜੇ ਘੋਸ਼ਣਾ ਪੁੱਛੀ ਜਾਂਦੀ ਹੈ ਵੀ ਇਹਨੇ ਘੋਸ਼ਣਾ ਕਦੋਂ ਕੀਤੀ ਹੈ, ਕੀ ਘੋਸ਼ਣਾ ਕੀਤੀ ਇਹਨੇ, ਇਹ ਕਹਿੰਦੇ ਵੀ ਆਪਦਾ ਜਿਹੜਾ ਤੁਸੀਂ ਭਾਰਤ ਆ ਉਹ ਸ਼ਾਂਤੀਪੂਰਨ ਤਰੀਕੇ ਨਾਲ, ਅਸੀਂ ਉਹਨੂੰ ਸ਼ਾਂਤੀ ਮਤਲਬ ਰਹਿਣ ਦੇ ਲਈ ਅਸੀਂ ਉਹਨੂੰ ਕਹਿੰਦੇ ਆ ਵੀ ਤੁਸੀਂ ਆਪਦਾ ਜਿਹੜਾ ਸੰਵਿਧਾਨ ਆ ਉਹ ਬਣਾ ਸਕਦੇ ਹੋ, ਠੀਕ ਹੈ। ਤਾਂ ਇਹ ਘੋਸ਼ਣਾ ਕਰਤੀ ਉਹਨਾਂ ਨੇ ਵੀ ਹਾਂ ਵੀ ਤੁਸੀਂ ਆਪਦਾ ਸੰਵਿਧਾਨ ਬਣਾ ਲਓ। ਤਾਂ ਫਿਰ ਉਹਦੇ ਲਈ ਇੱਕ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ, ਸੰਵਿਧਾਨ ਸਭਾ ਦਾ ਗਠਨ, ਠੀਕ ਹੈ। ਸੰਵਿਧਾਨ ਸਭਾ ਦਾ ਜਿਹੜਾ ਗਠਨ ਹੈ ਜੀ, ਇਹ 16 ਮਈ 1946 ਨੂੰ ਕੀਤਾ ਜਾਂਦਾ। ਇਲੈਕਸ਼ਨ ਹੁੰਦੇ ਆ ਪ੍ਰੋਪਰ, ਠੀਕ ਹੈ, ਇਲੈਕਸ਼ਨ ਕਰਵਾਏ ਜਾਂਦੇ ਆ ਵੀ ਕਿੰਨੇ ਜਿਹੜੇ ਮੈਂਬਰ ਸੰਵਿਧਾਨ ਸਭਾ 'ਚ ਹੋਣਗੇ ਨਾ, ਕਿਵੇਂ ਜਿਹੜੀ ਉਹ ਹੋਊਗਾ, ਸਾਰਾ ਉਹ ਚੀਜ਼ ਇਹਦੇ ਵਿੱਚ ਸ਼ਾਮਲ ਹੁੰਦੀ ਹੈ। ਤਾਂ 16 ਮਈ 1946 ਨੂੰ ਸੰਵਿਧਾਨ ਸਭਾ ਦਾ ਗਠਨ ਹੁੰਦਾ ਹੈ। ਤਾਂ ਸੰਵਿਧਾਨ ਸਭਾ ਦਾ ਜਿਹੜਾ ਗਠਨ ਆ ਉਹਦੇ ਵਿੱਚ ਕਿੰਨੇ ਮੈਂਬਰ ਹੈ, ਟੋਟਲ ਮੈਂਬਰ ਕਿੰਨੇ ਸੀ, ਇਹ ਕੁਐਸਚਨ ਬਹੁਤ ਆਉਂਦਾ, ਠੀਕ ਹੈ ਜੀ, ਇੰਪੋਰਟੈਂਟ ਹੈ ਇਹ ਵੈਰੀ ਵੈਰੀ। ਜਿਹੜੇ ਮੈਂਬਰ ਆ ਟੋਟਲ ਉਹ ਸੀਗੇ ਜੀ 389, ਠੀਕ ਹੈ, 389 ਮੈਂਬਰ ਹੁੰਦੇ ਇਹਦੇ ਵਿੱਚ। 389 ਦੇ ਵਿੱਚੋਂ ਕਿੰਨੇ ਜਿਹੜੇ ਮੈਂਬਰ ਸਿਲੈਕਟ ਹੋਏ ਆ, 292 ਮੈਂਬਰ ਸੀਗੇ ਜਿਹੜੇ ਉਹ ਪ੍ਰਾਂਤਾਂ ਤੋਂ, ਠੀਕ ਹੈ। ਫਿਰ 93 ਮੈਂਬਰ ਆ ਜਿਹੜੇ ਉਹ ਸੀਗੇ ਜੀ ਰਿਆਸਤਾਂ ਤੋਂ। ਫਿਰ 4 ਮੈਂਬਰ ਸੀਗੇ ਜੀ ਕਮਿਸ਼ਨਰ, 4 ਕਮਿਸ਼ਨਰ ਸੀਗੇ ਜਿਹੜੇ ਅੰਗਰੇਜ਼ਾਂ ਨੇ ਲਗਾਏ ਹੋਏ ਸੀ ਨਾ, ਅਲੱਗ-ਅਲੱਗ ਮਤਲਬ ਅਧਿਕਾਰੀ, 4 ਕਮਿਸ਼ਨਰ ਹੈ, ਠੀਕ ਹੈ। ਜਿਹੜੇ 4 ਕਮਿਸ਼ਨਰ ਲਾਏ ਹੋਏ ਆ, ਇਹ ਕਿੱਥੋਂ ਦੇ ਹੈਗੇ, ਇਹ ਥੋੜਾ ਦੇਖ ਲਓ, ਠੀਕ ਹੈ। 4 ਕਮਿਸ਼ਨਰ, ਇਹਨੂੰ ਯਾਦ ਰੱਖਣ ਦਾ ਇੱਕ ਹੋਰ ਵੀ ਆਪਣੇ ਕੋਲੇ ਬਹੁਤ ਸੌਖਾ ਤਰੀਕਾ ਹੈਗਾ, ਇਹਨੂੰ ਤੁਸੀਂ ਯਾਦ ਰੱਖ ਸਕਦੇ ਹੋ, ABCD। A ਫॉर ਅਜਮੇਰ, ਇਹ ਪੁੱਛ ਲੈਂਦੇ ਆ ਕਈ ਵਾਰੀ। B ਫॉर ਬਲੋਚਿਸਤਾਨ। C ਫॉर ਕੁਰਗ ਸੀ ਉਦੋਂ, ਹੁਣ ਤਾਂ ਕਰਨਾਟਕ ਇਹਦਾ ਨਾ, ਉਦੋਂ ਕੁਰਗ ਸੀ, ਕਰਨਾਟਕ, ਠੀਕ ਹੈ। ਮਤਲਬ 4 ਜਿਹੜੀਆਂ ਚਾਰੋਂ ਆਪਣੀਆਂ ਡਾਇਰੈਕਸ਼ਨਸ ਆ ਨਾ, ਸਾਰੂ ਡਾਇਰੈਕਸ਼ਨਸ ਦੇ ਵਿੱਚੋਂ ਇੱਕ ਕਮਿਸ਼ਨਰ ਜਿਹੜਾ ਲਿਆ ਹੋਇਆ ਸੀ ਦਿੱਲੀ। ਤਾਂ
4 ਆਪਣੇ ਕੋਲੇ ਕਮਿਸ਼ਨਰ ਹੋ ਗਏ, ठीक है। 93 रियासतां ਜਿਹੜੀਆਂ ਉਹਨਾਂ ਦੇ ਮੈਂਬਰ ਹੋ ਗਏ ਤੇ 292, ठीक है, 292 ਮੈਂਬਰ ਜਿਹੜੇ ਪ੍ਰਾਂਤ ਸੀ ਉਸ ਟਾਈਮ, ठीक है, ਉਹਨਾਂ ਦੇ ਹੋ ਗਏ ਜੀ। ਤਾਂ ਟੋਟਲ ਜੇ ਤੁਸੀਂ ਇਹਨਾਂ ਦਾ ਕਰਦੇ ਹੋ ਤਾਂ ਦੇਖੋ ਇਹ ਕਿੰਨਾ ਹੋ ਗਿਆ, 2 + 3 5 + 4 9 9 9 18 1 ਤੇ 3, ਤਾਂ ਟੋਟਲ ਕਿੰਨੇ ਹੋ ਗਏ ਆਪਣੇ ਕੋਲੇ 389 ਮੈਂਬਰ। ਤਾਂ ਟੋਟਲ ਵੀ ਪੁੱਛ ਲਏ ਜਾਂਦੇ ਆ ਤੇ ਇਹ ਵੀ ਪੁੱਛ ਲਏ ਜਾਂਦੇ ਆ ਵੀ ਇਹ ਕਿੰਨੇ ਕਿੰਨੇ ਸੀਗੇ, ਠੀਕ ਹੈ। ਇਹ ਗਠਨ ਕੀਤਾ ਗਿਆ ਜੀ, ਇਹ ਮੈਂਬਰ ਆ ਜਿਹੜੇ ਕਾਹਦੇ ਆ, ਇਹ ਸੰਵਿਧਾਨ ਸਭਾ ਦੇ ਮੈਂਬਰ ਹੈ, ਸੰਵਿਧਾਨ ਸਭਾ ਦੇ ਮੈਂਬਰ, ਠੀਕ ਹੈ। ਇਹ ਸੰਵਿਧਾਨ ਸਭਾ ਦੇ ਮੈਂਬਰ ਹੈ। ਤਾਂ ਮੈਂਬਰ ਬਣ ਗਏ ਤਾਂ ਹੁਣ ਇਸ ਜਿਹੜੀ ਸੰਵਿਧਾਨ ਸਭਾ ਹੈਗੀ ਫਿਰ ਇਹ ਅੱਗੇ ਜਿਹੜਾ ਸੰਵਿਧਾਨ ਬਣਾਉਗੀ। ਤਾਂ ਇਹਦੇ ਨਾਲ ਕੁਝ ਹੋਰ ਜਿਹੜੇ ਮੇਜਰ ਪੁਆਇੰਟ ਆ ਜਿਹੜੇ ਤੁਹਾਨੂੰ ਮਾਈਂਡ 'ਚ ਹੋਣੇ ਚਾਹੀਦੇ ਆ। ਤਾਂ ਸਭ ਤੋਂ ਮੇਜਰ ਪੁਆਇੰਟ ਇਹ ਹੈ ਵੀ ਉਦੋਂ ਵਾਇਸਰਾਏ ਕੌਣ ਸੀ ਇੰਡੀਆ ਦਾ, ਠੀਕ ਹੈ। ਜਦੋਂ ਸੰਵਿਧਾਨ ਸਭਾ ਬਣਦੀ ਹੈ ਜਾਂ ਭਾਰਤ ਆਜ਼ਾਦ ਹੁੰਦਾ ਨਾ, ਵਾਇਸਰਾਏ ਆਫ ਇੰਡੀਆ ਕੌਣ ਸੀਗਾ ਜੀ ਉਦੋਂ, ਮਾਊਂਟਬੈਟਨ, ਠੀਕ ਹੈ। ਤੇ ਪੀਐਮ ਕੌਣ ਸੀ ਉਦੋਂ ਇੰਗਲੈਂਡ ਦਾ, ਕੈਂਟਲੀ। ਇਹ ਦੋਨੋਂ ਸਿੱਧੇ ਹੀ ਕੁਐਸਚਨ ਜਿਹੜੇ ਪੇਪਰਾਂ 'ਚ ਆਮ ਹੀ ਆਉਂਦੇ ਆ, ਠੀਕ ਹੈ, ਪੁੱਛ ਲਏ ਜਾਂਦੇ ਆ। ਇੰਪੋਰਟੈਂਟ ਹੈ ਵੀ, ਇਹ ਵੀ ਇੰਪੋਰਟੈਂਟ ਹੈ, ਮਾਈਂਡ ਵਿੱਚ ਆਪਣੇ ਧਿਆਨ ਵਿੱਚ ਮਤਲਬ ਇਸ ਚੀਜ਼ ਨੂੰ ਰੱਖਣਾ ਹੈਗਾ। ਤਾਂ ਸੰਵਿਧਾਨ ਸਭਾ ਬਣ ਗਈ। ਹੁਣ ਸੰਵਿਧਾਨ ਸਭਾ ਤਾਂ ਬਣ ਗਈ ਪਰ ਸੰਵਿਧਾਨ ਸਭਾ ਫਿਰ ਹੀ ਕੰਮ ਕਰੂਗੀ ਜੇ ਭਾਰਤ ਆਜ਼ਾਦ ਹੋਊਗਾ ਨਾ। ਜੇ ਭਾਰਤ ਆਜ਼ਾਦ ਹੀ ਨਹੀਂ ਹੋਊਗਾ ਤਾਂ ਫਿਰ ਪੂਰਾ ਨਾਮ ਇਹਦਾ ਕਲੇਮੈਂਟ ਐਂਟਲੀ ਹੈ, ਸੌਰੀ, ਕਲੇਮੈਂਟ ਐਂਟਲੀ, ਠੀਕ ਹੈ ਜੀ। ਇਹ ਸੀਗਾ ਪ੍ਰਧਾਨ ਮੰਤਰੀ। ਤਾਂ ਜਿਹੜਾ ਸਾਡਾ ਵਾਇਸਰਾਏ ਹੈ ਮਾਊਂਟਬੈਟਨ, ਉਹਨੇ ਐਲਾਨ ਕਰਤਾ, ਕਿਸ ਚੀਜ਼ ਦਾ ਐਲਾਨ ਕਰਤਾ, ਭਾਰਤੀ ਸੁਤੰਤਰਤਾ ਦਾ। ਵੀ ਭਾਰਤ ਇੱਕ ਸੁਤੰਤਰ ਦੇਸ਼ ਹੈ, ਬਣਾ ਦਿੱਤਾ ਜਾਊਗਾ। ਤਾਂ ਇਹ ਐਲਾਨ ਕਰਨ ਦੇ ਲਈ ਉਹਨਾਂ ਨੇ ਇੱਕ ਐਕਟ ਪਾਸ ਕੀਤਾ ਹੈ। ਕਿਹੜਾ ਐਕਟ ਹੈ, ਭਾਰਤੀ ਸੁਤੰਤਰਤਾ ਐਕਟ, ਠੀਕ ਹੈ ਜੀ। ਭਾਰਤੀ ਸੁਤੰਤਰਤਾ ਐਕਟ ਪਾਸ ਕੀਤਾ ਗਿਆ। ਕੁਐਸਚਨ ਆਉਂਦਾ ਵੀ ਭਾਰਤੀ ਸੁਤੰਤਰਤਾ ਐਕਟ ਪਾਸ ਕਦੋਂ ਹੋਇਆ। ਸੁਤੰਤਰਤਾ ਤਾਂ ਸਭ ਨੂੰ ਪਤਾ ਕਦੋਂ ਮਿਲੀ ਆ, ਐਕਟ ਕਦੋਂ ਪਾਸ ਹੋਇਆ, 16 ਜੁਲਾਈ 1947, ਠੀਕ ਹੈ ਜੀ। ਐਕਟ ਪਾਸ ਹੋ ਗਿਆ। ਜੇ ਤੁਹਾਨੂੰ ਆ ਜਾਂਦਾ ਵੀ ਐਕਟ ਪਾਸ ਕਰਨ ਦਾ ਐਲਾਨ ਕਿਹਨੇ ਕੀਤਾ, ਤਾਂ ਫਿਰ ਐਲਾਨ ਕੌਣ ਕਰਦਾ ਜੀ, ਇਹ ਮਾਊਂਟਬੈਟਨ, ਠੀਕ ਹੈ। ਅਲੱਗ-ਅਲੱਗ ਚੀਜ਼ਾਂ ਇਹ ਧਿਆਨ 'ਚ ਰੱਖੋ। ਮਾਊਂਟਬੈਟਨ ਆ ਜਿਹੜਾ ਲਾਸਟ ਵਾਇਸਰਾਏ ਆਫ ਇੰਡੀਆ ਹੈ, ਉਹ ਇਸ ਚੀਜ਼ ਦਾ ਐਲਾਨ ਕਰਦਾ ਵੀ ਭਾਰਤ ਨੂੰ ਇੱਕ ਸੁਤੰਤਰਤਾ ਦਾ ਜਿਹੜਾ ਦਰਜਾ ਦਿੱਤਾ ਜਾਵੇਗਾ, ਠੀਕ ਹੈ। ਤਾਂ ਦੋ ਦੇਸ਼ ਬਣਨਗੇ ਉਹਨੇ ਕਿਹਾ। ਇੱਕ ਤੁਹਾਨੂੰ ਪਤਾ ਹੀ ਆ, ਇੱਕ ਇੰਡੀਆ ਤੇ ਇੱਕ ਪਾਕਿਸਤਾਨ, ਠੀਕ ਹੈ। ਦੋ ਦੇਸ਼ਾਂ ਦੇ ਵਿੱਚ ਵੰਡ ਦਿੱਤਾ ਗਿਆ। ਪਾਕਿਸਤਾਨ ਸੀ ਜਿਹੜਾ, ਉਸ ਦਾ ਗਵਰਨਰ ਕੌਣ ਸੀ, ਫਸਟ ਗਵਰਨਰ ਜਿਨ੍ਹਾ, ਜਿਹਨੇ ਕਿਹਾ ਸੀਗਾ ਵੀ ਸਾਨੂੰ ਅਲੱਗ ਇੱਕ ਦੇਸ਼ ਚਾਹੀਦਾ, ਠੀਕ ਹੈ। ਜਿਨ੍ਹਾ, ਜਿਹਨੇ ਇਸ ਚੀਜ਼ ਦੀ ਡਿਮਾਂਡ ਕੀਤੀ ਹੈ, ਠੀਕ ਹੈ। ਭਾਰਤ ਦਾ ਗਵਰਨਰ ਕੌਣ ਹੈ, ਭਾਰਤ ਦਾ ਹੈਗਾ ਜੀ ਮਾਊਂਟਬੈਟਨ, ਜਿਹੜਾ ਕੀ ਹੈ ਅੰਗਰੇਜ਼ ਅਧਿਕਾਰੀ ਹੈ। ਤਾਂ ਜੇ ਭਾਰਤੀ ਗਵਰਨਰ ਪੁੱਛ ਲੈਂਦੇ ਆ ਵੀ ਭਾਰਤੀ ਗਵਰਨਰ ਕਿਹੜਾ ਸੀਗਾ, ਸੰਵਿਧਾਨ ਤਾਂ ਹਜੇ ਬਣਿਆ ਨਹੀਂ ਨਾ, ਇਲੈਕਸ਼ਨ ਤਾਂ ਹੋਈ ਨਹੀਂ, ਫਿਰ ਵੈਸੇ ਹੀ ਜਿਹੜੇ ਗਵਰਨਰ ਚੁਣੇ ਗਏ ਆ ਉਹ। ਤਾਂ ਭਾਰਤੀ ਗਵਰਨਰ ਜੇ ਤੁਹਾਨੂੰ ਪੁੱਛ ਲੈਂਦੇ ਆ 1950 ਤੱਕ, 47 ਤੋਂ ਲੈ ਕੇ
1950 ਤੱਕ, ਕਿਉਂਕਿ 50 ਦੇ ਵਿੱਚ ਤਾਂ ਫਿਰ ਸੰਵਿਧਾਨ ਬਣ ਜੂਗਾ ਨਾ। 1950 ਤੱਕ ਤਾਂ ਕੌਣ ਹੈ? ਰਾਜ ਗੋਪਾਲ ਆਚਾਰੀਆ, ਠੀਕ ਹੈ ਜੀ। ਉਹ ਸੀਗੇ ਗਵਰਨਰ, ਭਾਰਤੀ ਗਵਰਨਰ। ਤਾਂ ਰੈਡਕਲਿਫ ਜਿਹੜਾ ਅੰਗਰੇਜ਼ ਅਧਿਕਾਰੀ ਹੈ ਇੱਕ, ਜਿਹਨੇ ਕੀ ਆ ਰੇਖਾ ਖਿੱਚੀ ਹੈ, ਇੱਕ ਆਪਾਂ ਜੋਗਰਾਫੀ 'ਚ ਵੀ ਪੜ੍ਹਦੇ ਹਾਂ, ਠੀਕ ਹੈ। ਰੈਡਕਲਿਫ ਰੇਖਾ ਖਿੱਚੀ ਜਾਂਦੀ ਹੈ ਪਾਕ ਤੇ ਇੰਡੀਆ ਦੇ ਵਿਚਕਾਰ, ਠੀਕ ਹੈ, ਬਾਰਡਰ 'ਤੇ। ਬਾਰਡਰ ਰੇਖਾ ਇਹ ਅਧਿਕਾਰੀ ਸੀਗਾ ਰੈਡਕਲਿਫ ਦੇ ਨਾਮ 'ਤੇ ਹੀ ਜਿਹੜੀ ਇਹ ਰੇਖਾ ਖਿੱਚੀ ਗਈ ਹੈ, ਠੀਕ ਹੈ ਜੀ। ਤਾਂ ਦੇਖੋ ਹੁਣ ਭਾਰਤ ਆਜ਼ਾਦ ਹੋ ਗਿਆ, ਇੱਕ ਪਾਕਿਸਤਾਨ ਜਿਹੜਾ ਅਲੱਗ ਦੇਸ਼ ਬਣ ਗਿਆ ਹੈ ਨਾ, ਉਹ ਤਾਂ ਸਾਰਾ ਕੁਝ ਹੋ ਗਿਆ, ਤਾਂ ਸੰਵਿਧਾਨ ਸਭਾ ਦਾ ਗਠਨ ਹੋ ਗਿਆ। ਪਰ ਹੁਣ ਸੰਵਿਧਾਨ ਬਣੂਗਾ, ਸੰਵਿਧਾਨ। ਪਰ ਇੱਥੇ ਇੱਕ ਪ੍ਰੋਬਲਮ ਆਈ। ਕੀ ਪ੍ਰੋਬਲਮ ਆਈ? ਵੀ ਜਿਹੜੇ ਆਪਾਂ ਕਹਿੰਦੇ ਸੀਗੇ ਵੀ 93 ਮੈਂਬਰ ਹੈਗੇ ਰਿਆਸਤਾਂ ਦੇ, ਹੈ ਨਾ, ਮੈਂਬਰ ਰਿਆਸਤਾਂ ਦੇ, ਉਹ ਨਹੀਂ ਆਏ ਜਦੋਂ ਸੰਵਿਧਾਨ ਸਭਾ ਬਣਾਉਣ ਲੱਗੇ ਨਾ, ਵੀ ਹਾਂ ਹੁਣ ਸੰਵਿਧਾਨ ਬਣਾਉਣ ਲੱਗੇ, ਵੀ ਸੰਵਿਧਾਨ ਸਭਾ ਬਣ ਗਈ, ਉਹਦੀ ਫਸਟ ਮੀਟਿੰਗ ਕਰਦੇ ਹਾਂ ਆਪਾਂ। ਪਰ 93 ਜਿਹੜੇ ਮੈਂਬਰ ਸੀ ਰਿਆਸਤਾਂ ਦੇ ਉਹ ਸ਼ਾਮਲ ਨਹੀਂ ਹੋਏ ਉਹਦੇ ਵਿੱਚ, ਅਤੇ 73 ਜਿਹੜੇ ਮੁਸਲਮਾਨ ਸੀਗੇ ਉਹ ਵੀ ਨਹੀਂ ਆਏ। 73 ਮੁਸਲਮਾਨ ਮੈਂਬਰ ਨਹੀਂ ਆਏ, ਠੀਕ ਹੈ। ਕਈ ਵਾਰੀ ਪੁੱਛ ਲੈਂਦੇ ਆ ਨਾ ਵੀ ਕੌਣ ਸ਼ਾਮਲ ਨਹੀਂ ਹੋਇਆ, ਤਾਂ ਮਤਲਬ ਇਹ ਦੋਨੋਂ ਜਿਹੜੇ ਕੀ ਹੈ ਸ਼ਾਮਲ ਨਹੀਂ ਹੋਏ। ਮਤਲਬ ਜਿੰਨੇ ਆਪਾਂ ਟੋਟਲ ਮੈਂਬਰ ਲਏ ਸੀਗੇ, ਟੋਟਲ ਆਪਣੇ ਕੋਲੇ ਕਿੰਨੇ ਸੀਗੇ? 389, ਠੀਕ ਹੈ। ਉਹਦੇ ਵਿੱਚੋਂ ਬਹੁਤ ਸਾਰੇ ਮੈਂਬਰ ਜਿਹੜੇ ਕੀ ਆ ਸੰਵਿਧਾਨ ਜਦੋਂ ਬਣਾਉਣ ਲੱਗੇ, ਸੰਵਿਧਾਨ ਸਭਾ ਤਾਂ ਬਣ ਚੁੱਕੀ ਆ ਨਾ, ਇਹ ਮੈਂਬਰ ਆ ਜਿਹੜੇ ਕਿਹਦੇ ਹੈ? ਸੰਵਿਧਾਨ ਸਭਾ ਦੇ ਹੈ, ਵੀ ਜਿਹੜੀ ਅੱਗੇ ਸੰਵਿਧਾਨ ਬਣਾਉਗੀ, ਠੀਕ ਹੈ। ਪਰ ਕੁਛ ਮੈਂਬਰ ਜਿਹੜੇ ਗੈਰ ਹਾਜ਼ਰ ਹੈ, ਸਹਿਮਤ ਨਹੀਂ ਹੈਗੇ ਇਸ ਚੀਜ਼ ਦੇ ਨਾਲ, ਤਾਂ ਉਹ ਨਹੀਂ ਆਏ। ਪਰ ਜਿੰਨੇ ਵੀ ਆਏ ਹੈ ਤਾਂ ਉਹਨਾਂ ਨੇ ਫਿਰ ਅੱਗੇ ਜਿਹੜਾ ਸੰਵਿਧਾਨ ਆ ਜਿਹੜਾ ਉਹ ਬਣਾਉਣਾ ਸ਼ੁਰੂ ਕਰਤਾ। ਤਾਂ ਹੁਣ ਅਸੀਂ ਵੀ ਸੰਵਿਧਾਨ ਬਣਾਉਂਦੇ ਹਾਂ ਫਿਰ। ਤਾਂ ਸੰਵਿਧਾਨ ਸਭਾ ਬਣ ਗਈ, ਠੀਕ ਹੈ। ਜੇ ਸੰਵਿਧਾਨ ਸਭਾ ਬਣ ਗਈ ਤਾਂ ਉਹਦੀ ਫਿਰ ਫਸਟ ਮੀਟਿੰਗ ਹੁੰਦੀ ਹੈ। ਇਹ ਕੁਐਸਚਨ ਆਉਂਦਾ ਫਸਟ ਮੀਟਿੰਗ ਕਦੋਂ ਹੋਈ, ਠੀਕ ਹੈ। ਫਸਟ ਮੀਟਿੰਗ ਕਹਿ ਲਓ ਜਾਂ ਪਹਿਲੀ ਬੈਠਕ ਕਹਿ ਲਓ। ਤਾਂ ਫਸਟ ਮੀਟਿੰਗ ਹੈ ਜਿਹੜੀ ਜੀ ਉਹ ਹੁੰਦੀ ਹੈ 9 ਦਸੰਬਰ 1946 ਨੂੰ, ਠੀਕ ਹੈ। ਇੱਥੇ ਇੱਕ ਹੋਰ ਚੀਜ਼ ਨੋਟ ਕਰਨ ਵਾਲੀ ਹੈ, ਜਿਹੜੀ ਫਸਟ ਮੀਟਿੰਗ ਸੀ ਉਹਦੀ ਪ੍ਰਧਾਨਗੀ ਕੌਣ ਕਰਦਾ ਹੈ? ਪ੍ਰਧਾਨਗੀ, ਜਾਂ ਇਹ ਕਹਿ ਲਓ ਵੀ ਫਸਟ ਜਿਹੜੀ ਮੀਟਿੰਗ ਸੀ ਉਹਦਾ ਪ੍ਰਧਾਨ ਕੌਣ ਸੀ? ਪ੍ਰਧਾਨ, ਠੀਕ ਹੈ, ਫਸਟ ਮੀਟਿੰਗ ਦਾ ਕੌਣ ਸੀ ਜੀਗਾ ਜੀ ਪ੍ਰਧਾਨ? ਸਾਰਿਆਂ ਨੂੰ ਸ਼ਾਇਦ ਤੁਹਾਨੂੰ ਪਤਾ ਹੀ ਹੋਊਗਾ, ਡਾਕਟਰ ਸੱਚਿਆਨੰਦ ਸਿਨਹਾ। ਡਾਕਟਰ ਸੱਚਿਆਨੰਦ ਸਿਨਹਾ। ਪਰ ਇਹ ਅਸਥਾਈ ਪ੍ਰਧਾਨ ਸੀ, ਨਾਟ ਪਰਮਾਨੈਂਟ। ਜਿਹੜਾ ਸੱਚਿਆਨੰਦ ਸਿਨਹਾ ਹੈ ਨਾ, ਉਹ ਫਿਕਸ ਨਹੀਂ ਹੈਗੇ, ਉਹ ਹੈਗੇ ਜੀ ਅਸਥਾਈ, ਠੀਕ ਹੈ, ਨਾਟ ਪਰਮਾਨੈਂਟ। ਠੀਕ ਹੈ, ਤਾਂ ਸਥਾਈ ਪ੍ਰਧਾਨ ਫਿਰ ਕੌਣ ਹੈ? ਇਹਨਾਂ ਨੇ ਸਿਰਫ ਇੱਕ ਮੀਟਿੰਗ ਸੀ, ਜਿਹੜੀ ਫਸਟ ਮੀਟਿੰਗ ਸੀ ਉਹਦੀ ਹੀ ਪ੍ਰਧਾਨਗੀ ਕੀਤੀ ਹੈ ਡਾਕਟਰ ਸੱਚਿਆਨੰਦ ਸਿਨਹਾ ਨੇ, ਕਿਉਂਕਿ ਸੰਵਿਧਾਨ ਸਭਾ ਬਣੀ ਆ ਹਜੇ, ਮਤਲਬ ਕੋਈ ਮੀਟਿੰਗ ਕਰਨਗੇ ਫਿਰ ਉਹ ਮਤਲਬ ਸਲਾਹ ਮਸ਼ਵਰਾ ਕਰਨਗੇ ਨਾ ਵੀ ਕਿਹਨੂੰ ਪ੍ਰਧਾਨ ਬਣਾਉਣਾ ਕਿਹਨੂੰ ਨਹੀਂ।
ਹਜੇ ਤਾਂ ਸਿਰਫ ਮੈਂਬਰ ਬਣੇ ਹੈ, ਹਜੇ ਤਾਂ ਮੀਟਿੰਗ ਹੋਊਗੀ ਸਾਰੇ ਮੈਂਬਰਾਂ ਦੀ, ਫਿਰ ਉਹ ਸਿਲੈਕਟ ਕਰਦੇ ਆ। ਤਾਂ ਉਹਨਾਂ ਨੇ ਫਿਰ ਟੈਂਪਰੇਰੀ ਇੱਕ ਆਪਣੇ ਚੋਂ ਜਿਹੜਾ ਉਹ ਬਣਾ ਲਿਆ ਪ੍ਰਧਾਨ। ਇੱਕ ਮਿੰਟ ਜੀ, ਠੀਕ ਹੈ। ਤਾਂ ਸੱਚਾਨੰਦ ਸਿਨਹਾ ਜਿਹੜਾ ਉਹਨੂੰ ਜਿਹੜਾ ਕਿ ਇਹਨਾਂ ਨੇ ਇੱਕ ਵਾਰੀ ਆਪਣੇ ਵੱਲੋਂ ਅਸਥਾਈ ਪ੍ਰਧਾਨ ਬਣਾਇਆ ਸੀ। ਇਹ ਕੁਐਸਚਨ ਬਹੁਤ ਆਉਂਦਾ ਹੁੰਦਾ ਹੈ। ਫਸਟ ਜਿਹੜੀ ਮੀਟਿੰਗ ਸੀ ਉਹਦੀ ਪ੍ਰਧਾਨਗੀ ਕਿਹਨੇ ਕੀਤੀ, ਠੀਕ ਹੈ, ਜਾਂ ਅਸਥਾਈ ਪ੍ਰਧਾਨ ਕੌਣ ਸੀ। ਤਾਂ ਸਥਾਈ ਪ੍ਰਧਾਨ ਫਿਰ ਕੌਣ ਸੀ, ਇਹ ਤਾਂ ਅਸਥਾਈ ਹੈ ਨਾ, ਤਾਂ ਸਥਾਈ ਪ੍ਰਧਾਨ ਕੌਣ ਹੈ, ਠੀਕ ਹੈ। ਸਥਾਈ ਪ੍ਰਧਾਨ ਸੀਗੇ ਜੀ ਡਾਕਟਰ ਰਜਿੰਦਰ ਪ੍ਰਸਾਦ। ਡਾਕਟਰ ਰਜਿੰਦਰ ਪ੍ਰਸਾਦ, ਠੀਕ ਹੈ ਜੀ। ਸਥਾਈ ਪ੍ਰਧਾਨ ਜਾਂ ਕਹ ਲਓ ਪਰਮਾਨੈਂਟ, ਠੀਕ ਹੈ ਜੀ, ਪਰਮਾਨੈਂਟ ਇਹ ਸੀਗੇ। ਤਾਂ ਇਹਨਾਂ ਨੇ ਜਿਹੜੀ ਸੈਕਿੰਡ ਮੀਟਿੰਗ ਹੁੰਦੀ ਹੈ 11 ਦਸੰਬਰ ਨੂੰ, ਦੇਖੋ ਪਹਿਲੀ 9 ਨੂੰ ਹੋਈ ਹੈ ਨਾ, ਤੇ ਅਗਲੀ ਹੁੰਦੀ ਹੈ 11 ਦਸੰਬਰ, 2-3 ਦਿਨਾਂ ਬਾਅਦ ਹੀ ਹੋਗੀ, 2 ਦਿਨਾਂ ਬਾਅਦ ਹੀ ਹੋਗੀ। ਤਾਂ 11 ਦਸੰਬਰ ਨੂੰ ਜਿਹੜੀ ਬੈਠਕ ਹੋਈ ਸੀ ਜਾਂ ਮੀਟਿੰਗ ਹੋਈ ਹੈ ਉਹਦੀ ਪ੍ਰਧਾਨਗੀ ਕੀਤੀ ਹੈ। ਮੀਟਿੰਗ ਦੀ ਪ੍ਰਧਾਨਗੀ ਕਿਹਨੇ ਕੀਤੀ ਹੈ, ਡਾਕਟਰ ਰਜਿੰਦਰ ਪ੍ਰਸਾਦ ਨੇ, ਠੀਕ ਹੈ ਜੀ। ਚਲੋ ਪ੍ਰਧਾਨ ਤਾਂ ਉਹ ਬਣ ਗਿਆ ਹੈ ਨਾ, ਪਹਿਲਾਂ ਪ੍ਰਧਾਨ ਦਾ ਰੌਲਾ ਪੈਂਦਾ ਬਹੁਤ ਹੈ ਨਾ, ਪ੍ਰਧਾਨਗੀ ਪਿੱਛੇ ਬਹੁਤ ਰੌਲਾ ਪੈਂਦਾ। ਪ੍ਰਧਾਨ ਬਣ ਗਿਆ ਤਾਂ ਹੁਣ ਫਿਰ ਇਹ ਜਿਹੜਾ ਕੀ ਕਰਨਗੇ, ਸੰਵਿਧਾਨ ਬਣਾਉਣਗੇ ਜੀ। ਤਾਂ ਇਹਦੇ ਵਿੱਚ ਕੀ ਹੈ ਜੀ, ਫਿਰ ਕੀ ਹੁੰਦਾ ਹੈ, ਨਹਿਰੂ ਨੇ ਇੱਕ ਰਿਪੋਰਟ ਪੇਸ਼ ਕੀਤੀ ਫਿਰ ਆਪਣੀ, ਜਵਾਹਰ ਲਾਲ ਨਹਿਰੂ, ਠੀਕ ਹੈ ਜੀ। ਨਹਿਰੂ ਦੁਆਰਾ ਇਹ ਕੁਐਸਚਨ ਬਹੁਤ ਆਉਂਦਾ ਹੁੰਦਾ ਹੈ, ਉਦੇਸ਼ ਪ੍ਰਸਤਾਵ, ਨਹਿਰੂ ਨੇ ਇੱਕ ਉਦੇਸ਼ ਪ੍ਰਸਤਾਵ, ਠੀਕ ਹੈ, ਪੇਸ਼ ਕੀਤਾ। ਕਦੋਂ ਪੇਸ਼ ਕਰਦਾ ਹੈ, 13 ਦਸੰਬਰ 1946। ਤੁਸੀਂ ਦੇਖੋ ਹੁਣ 9 ਦਸੰਬਰ ਫਸਟ ਮੀਟਿੰਗ ਹੁੰਦੀ ਹੈ, 11 ਦਸੰਬਰ ਨੂੰ ਸੈਕਿੰਡ, ਤੇ ਫਿਰ 13 ਦਸੰਬਰ ਨੂੰ ਜਿਹੜੀ ਕੀ ਹੈ ਮੀਟਿੰਗ ਹੁੰਦੀ ਆ, ਜਿਹਦੇ ਵਿੱਚ ਨਹਿਰੂ ਨੇ ਉਦੇਸ਼ ਜਿਹੜੇ ਆ ਇੱਕ ਪ੍ਰਸਤਾਵ ਆ ਜਿਹੜਾ ਉਹ ਰੱਖਿਆ। ਤਾਂ ਉਹਦਾ ਇਹ ਜਿਹੜਾ ਪ੍ਰਸਤਾਵ ਸੀ ਉਹਨੂੰ ਸਰਬਸੰਮਤੀ ਨਾਲ ਗ੍ਰਹਿਣ ਕੀਤਾ ਗਿਆ। ਇਹ ਉਹਨਾਂ ਵੀ ਨਹਿਰੂ ਨੇ ਉਦੇਸ਼ ਜਿਹੜਾ ਪ੍ਰਸਤਾਵ ਕਦੋਂ ਪੇਸ਼ ਕੀਤਾ, ਜਾਂ ਉਹਦਾ ਜਿਹੜਾ ਪ੍ਰਸਤਾਵ ਸੀ ਉਹ ਕਦੋਂ ਗ੍ਰਹਿਣ ਕੀਤਾ ਗਿਆ, ਠੀਕ ਹੈ, ਸੰਵਿਧਾਨ ਸੰਬੰਧੀ। ਤਾਂ ਸਰਬਸੰਮਤੀ ਨਾਲ ਪ੍ਰਸਤਾਵ ਗ੍ਰਹਿਣ, ਠੀਕ ਹੈ ਜੀ। ਤਾਂ ਕਦੋਂ ਗ੍ਰਹਿਣ ਕੀਤਾ ਗਿਆ, ਇਹ 13 ਦਸੰਬਰ ਨੂੰ ਉਹਨੇ ਪੇਸ਼ ਕੀਤਾ, ਤਾਂ 22 ਜਨਵਰੀ ਨੂੰ ਜਿਹੜਾ ਉਹਦਾ ਪ੍ਰਸਤਾਵ ਆ ਜੀ ਉਹ ਸਵੀਕਾਰ ਕਰ ਲਿਆ ਗਿਆ, ਗ੍ਰਹਿਣ ਕਰ ਲਿਆ ਗਿਆ, ਠੀਕ ਹੈ। ਤਾਂ ਦੇਖੋ 13 ਦਸੰਬਰ ਨੂੰ ਉਹਨੇ ਪੇਸ਼ ਕੀਤਾ ਸੀ, ਤਾਂ 22 ਦਸੰਬਰ ਨੂੰ ਜਿਹੜਾ ਉਹ ਗ੍ਰਹਿਣ ਕਰ ਲਿਆ, ਠੀਕ ਹੈ। ਤਾਂ ਪ੍ਰਸਤਾਵ ਉਹਦਾ ਸਵੀਕਾਰ ਹੋ ਗਿਆ, ਠੀਕ ਹੈ। ਤਾਂ ਹੁਣ ਫਿਰ ਪਤਾ ਕੀ ਹੈ, ਇਸ ਤੋਂ ਬਾਅਦ ਕੀ ਹੁੰਦਾ ਹੈ, ਤਾਂ ਗਠਨ ਕੀਤਾ ਜਾਂਦਾ ਜੀ ਕਮੇਟੀਆਂ ਦਾ। 22 ਟੋਟਲ ਕਮੇਟੀਆਂ ਕਿੰਨੀਆਂ ਸੀਗੀਆਂ, 22 ਕਮੇਟੀਆਂ। ਇਹ ਕੀ ਚੀਜ਼ ਹੈ, ਟੋਟਲ 22 ਹੈ, ਪ੍ਰਮੁੱਖ ਜੇ ਤੁਹਾਨੂੰ ਪੁੱਛਦੇ ਆ ਤਾਂ ਪ੍ਰਮੁੱਖ ਹੈ ਜੀ 9। ਇਹ ਕੀ ਹੈ ਰਾਜੇ, ਜਿਵੇਂ ਆਪਾਂ ਮੰਨ ਲਓ ਤੁਸੀਂ ਦੇਖੋ ਆਪਣੀ ਵਿਧਾਨ ਸਭਾ ਨਾ, ਵਿਧਾਨ ਸਭਾ ਹੈਗੀ, ਤਾਂ ਉਹਦੇ ਵਿੱਚ ਕੀ ਹੁੰਦਾ ਵੀ ਦੇਖਦੇ ਆਪਾਂ ਵੀ ਆਹ ਸਰਕਾਰ ਹੈ, ਤੇ ਇਹਦੇ ਵਿੱਚ ਜਿਹੜੇ 10 ਜਾਂ 15 ਜਿਹੜੇ ਕੈਬਨਿਟ ਮਿਨਿਸਟਰ ਹੋਣਗੇ, ਅਲੱਗ-ਅਲੱਗ ਡਿਪਾਰਟਮੈਂਟਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਨਾ, ਵੀ ਖੇਤੀਬਾੜੀ ਵਿਭਾਗ ਦਾ ਕੰਮ ਕਰੂਗਾ, ਇਸ ਵਿਭਾਗ 'ਚ ਕੰਮ ਕਰੂਗਾ। ਉਸੇ ਤਰੀਕੇ ਦੇ ਨਾਲ ਨਾ
ਸੰਵਿਧਾਨ ਸਭਾ ਜਦੋਂ ਬਣਦੀ ਹੈ ਉਹਦੀਆਂ ਮੀਟਿੰਗਸ ਹੋਈਆਂ ਤਾਂ ਉਹਨਾਂ ਨੇ ਫਿਰ ਇੱਕ ਸਲਾਹ ਕੀਤੀ ਵੀ ਆਪਾਂ ਕੁਛ ਮਤਲਬ ਡਿਪਾਰਟਮੈਂਟਸ ਬਣਾ ਲੈਂਦੇ ਹਾਂ, ਕਮੇਟੀਆਂ ਬਣਾ ਲੈਂਦੇ ਹਾਂ ਵੀ ਆਹ ਇੰਨੇ ਮੈਂਬਰ ਇਸ ਕਮੇਟੀ 'ਚ ਹੋਣਗੇ, ਇਹ ਇਸ ਚੀਜ਼ 'ਤੇ ਕੰਮ ਕਰਨਗੇ, ਇਸ ਚੀਜ਼ 'ਤੇ ਕੰਮ ਕਰਨਗੇ। ਠੀਕ ਹੈ, ਵੀ ਮਤਲਬ ਇਹ ਝੰਡੇ 'ਤੇ ਕੰਮ ਕਰਨਗੇ, ਪ੍ਰਾਂਤਾਂ ਨਾਲ ਸੰਬੰਧਿਤ ਜਿਹੜੀਆਂ ਸਮੱਸਿਆਵਾਂ ਉਹਨਾਂ 'ਤੇ ਕੰਮ ਕਰਨਗੇ। ਠੀਕ ਹੈ, ਜੋ ਇਹ ਕਾਨੂੰਨ ਬਣਾਉਣਗੇ ਉਸ ਡਿਪਾਰਟਮੈਂਟ 'ਚ ਕੰਮ ਕਰਨਗੇ। ਇਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀਆਂ ਕਮੇਟੀਆਂ ਬਣਾਈਆਂ, ਉਹਦੇ ਵਿੱਚ ਜਿਹੜੀਆਂ ਟੋਟਲ 22 ਕਮੇਟੀਆਂ ਹੈ, ਬਟ ਮੇਜਰ ਜਿਹੜੀਆਂ ਸੀਗੀਆਂ ਉਹ 9 ਸੀਗੀਆਂ ਮੁੱਖ, ਜਿਹੜੀਆਂ ਮੇਜਰ 9 ਹੈ। ਠੀਕ ਹੈ, ਪ੍ਰਮੁੱਖ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ। ਤਾਂ ਫਸਟ ਸੀਗੀ ਜੀ ਸੰਘ ਸ਼ਕਤੀ ਕਮੇਟੀ। ਸੰਘ ਸ਼ਕਤੀ ਕਮੇਟੀ ਮਤਲਬ ਜਿਹੜਾ ਸੈਂਟਰ ਹੈ ਜਿਹੜਾ ਜੀ ਉਹ ਕਿਵੇਂ ਕੰਮ ਕਰੂਗਾ ਨਾ, ਕੌਣ ਉਹਦੇ ਵਿੱਚ ਉਹ ਹੈਗਾ ਗਾ। ਫਿਰ ਸੰਘੀ ਸੰਵਿਧਾਨ ਕਮੇਟੀ, ਸੰਘੀ ਸੰਵਿਧਾਨ ਵੀ ਜਿਹੜਾ ਸੰਵਿਧਾਨ ਬਣਾਉਣਾ ਨਾ ਉਹਦੇ ਨਾਲ ਸੰਬੰਧਿਤ ਜਿਹੜੇ ਕੰਮ ਹੈ। ਫਿਰ ਪ੍ਰਾਂਤਿਕ ਸੰਵਿਧਾਨ, ਜਿਹੜਾ ਪ੍ਰਾਂਤਾਂ ਦਾ ਜਿਹੜਾ ਸੰਵਿਧਾਨ ਬਣੂਗਾ ਜਾਂ ਪ੍ਰਾਂਤਾਂ ਨਾਲ ਸੰਬੰਧਿਤ ਜਿਹੜੇ ਕਾਨੂੰਨ ਜੋ ਵੀ ਸਿਸਟਮ ਹੈ ਨਾ, ਉਹ ਚੀਜ਼ ਆ ਜਾਂਦੀ ਇਹਦੇ ਵਿੱਚ। ਫਿਰ ਜੀ ਫੋਰਥ ਆਪਣੇ ਕੋਲ ਆ ਜਾਂਦਾ ਸੰਘ ਦੇ ਰਾਜਾਂ ਦੇ ਵਿੱਤ ਸੰਬੰਧੀ, ਮਤਲਬ ਕੇਂਦਰ ਤੇ ਰਾਜਾਂ ਦੇ ਵਿੱਤ ਸੰਬੰਧੀ ਕਮੇਟੀ। ਇਹ ਇੰਪੋਰਟੈਂਟ ਸੀ ਕਮੇਟੀ। ਠੀਕ ਹੈ, ਇਹਦਾ ਜਿਹੜਾ ਕਹਿ ਲਓ ਵੀ ਹੈੱਡ ਕਹਿ ਲਓ ਜਾਂ ਕੌਣ ਦੇਖ ਰਿਹਾ ਸੀ, ਸਰਦਾਰ ਵੱਲਭ ਭਾਈ ਪਟੇਲ। ਇਹ ਆ ਜਾਂਦਾ ਹੁੰਦਾ ਕਈ ਵਾਰੀ ਕੁਐਸਚਨ। ਠੀਕ ਹੈ ਜੀ, ਤਾਂ ਨੈਕਸਟ ਹੈ ਜੀ ਆਪਣੇ ਕੋਲੇ ਜਿਹੜੀ ਹੈਗੀ ਆ ਸਲਾਹਕਾਰ ਕਮੇਟੀ, ਵੀ ਜਿਹੜੀ ਸਲਾਹ ਦੇਊਗੀ ਵੀ ਕਿਵੇਂ ਕਿਵੇਂ ਕੰਮ ਕਰਨਾ ਨਾ, ਜਾਂ ਕਿਤੇ ਕੋਈ ਪ੍ਰੋਬਲਮ ਹੈ। ਫਿਰ ਜੀ ਆਪਣੇ ਕੋਲੇ ਹੈਗੀ ਆ ਨਿਯਮ ਸੰਬੰਧੀ ਕਮੇਟੀ। ਫਿਰ ਜੀ ਆਪਣੇ ਕੋਲੇ ਹੈਗੀ ਆ ਝੰਡਾ ਕਮੇਟੀ, ਜਿਹੜਾ ਝੰਡਾ ਉਹ ਕਿੰਨਾ ਉੱਚਾ ਹੋਣਾ ਚਾਹੀਦਾ, ਕਿੰਨਾ ਮਤਲਬ ਇਹਦਾ ਕਿਹੜੇ ਕਿਹੜੇ ਕਲਰ ਆ, ਜੋ ਜਿਵੇਂ ਉਹਦੇ 'ਚ ਅਸ਼ੋਕ ਚੱਕਰ ਐਡ ਕੀਤਾ ਹੈ ਨਾ, ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆ ਜਾਂਦੀਆਂ। ਫਿਰ ਮੋਸਟ ਇੰਪੋਰਟੈਂਟ ਹੈਗੀ ਹੈ ਜੀ ਆਪਣੇ ਕੋਲੇ ਖਰੜਾ ਕਮੇਟੀ। ਇਹਨੂੰ ਪਲਾਸਟ ਦੀ ਕਰਦੇ ਹਾਂ ਇੱਕ ਮਿੰਟ। ਤਾਂ ਇੱਕ ਸੀਗੀ ਜੀ ਸਮਝੌਤਾ ਕਮੇਟੀ। ਠੀਕ ਹੈ, ਕੋਈ ਦਿੱਕਤ ਆਉਂਦੀ ਹੈ ਮਤਲਬ, ਤਾਂ ਲਾਸਟ 9th ਆਪਣੇ ਕੋਲ ਜਿਹੜੀ ਮੇਜਰ ਕਮੇਟੀਆਂ ਦੇ ਵਿੱਚ ਆਉਂਦੀ ਹੈ ਇੱਕ ਖਰੜਾ ਕਮੇਟੀ। ਇਹ ਇੰਪੋਰਟੈਂਟ ਹੈ ਜੀ, ਵੈਰੀ ਵੈਰੀ ਇੰਪੋਰਟੈਂਟ। ਠੀਕ ਹੈ, ਖਰੜਾ ਕਮੇਟੀ। ਖਰੜਾ ਕਮੇਟੀ ਨੂੰ ਅਸੀਂ ਡਰਾਫਟ ਕਮੇਟੀ ਵੀ ਕਹਿ ਦਿੰਦੇ ਹਾਂ, ਡਰਾਫਟ ਕਮੇਟੀ। ਠੀਕ ਹੈ, ਇਹ ਯਾਦ ਰੱਖਿਓ। ਜਿਹੜੀ ਖਰੜਾ ਕਮੇਟੀ ਹੈ ਇਹਦੇ ਬਾਰੇ ਅਸੀਂ ਥੋੜ੍ਹਾ ਜਾਣਾਂਗੇ, ਇਹ 'ਚੋਂ ਕੁਐਸਚਨ ਬਹੁਤ ਆਉਂਦਾ। ਫਸਟ ਤਾਂ ਜਿਹੜਾ ਮੇਜਰ ਕੁਐਸਚਨ ਇਹਦੇ 'ਚੋਂ ਆਉਂਦਾ ਹੀ ਆਉਂਦਾ ਅਕਸਰ, ਵੀ ਜਿਹੜੀ ਸਾਡੀ ਖਰੜਾ ਕਮੇਟੀ ਸੀ ਜਾਂ ਆਪਾਂ ਕਹਿ ਲਓ ਵੀ ਡਰਾਫਟ ਕਮੇਟੀ ਹੈ। ਠੀਕ ਹੈ, ਇਹਦਾ ਪ੍ਰਧਾਨ ਕੌਣ ਹੈ? ਠੀਕ ਹੈ, ਪ੍ਰਧਾਨ ਕੌਣ ਸੀ ਇਹਦਾ? ਪਤਾ ਹੀ ਹੋਊਗਾ ਤੁਹਾਨੂੰ ਸਾਰਿਆਂ ਨੂੰ। ਪ੍ਰਧਾਨ ਸੀ ਇਹਦਾ ਡਾਕਟਰ ਭੀਮ ਰਾਓ ਅੰਬੇਦਕਰ। ਡਾਕਟਰ ਭੀਮ ਰਾਓ ਅੰਬੇਦਕਰ। ਠੀਕ ਹੈ, ਇਹਨਾਂ ਦਾ ਨਾਮ ਜਿਹੜਾ ਆਉਂਦਾ ਇਹਦੇ ਵਿੱਚ ਮੋਸਟ ਇੰਪੋਰਟੈਂਟ ਹੈ, ਇਹ ਤੁਸੀਂ ਨਹੀਂ ਭੁੱਲਣਾ। ਠੀਕ ਹੈ, ਖਰੜਾ ਕਮੇਟੀ ਦਾ ਮਤਲਬ ਕੀ ਹੈ ਵੀ ਜਿਨ੍ਹਾਂ ਨੇ ਖਰੜਾ ਤਿਆਰ ਕੀਤਾ ਸੰਵਿਧਾਨ ਦਾ, ਵੀ ਦੂਸਰਿਆਂ ਨੇ ਸਾਰਿਆਂ ਨੇ ਮਤਲਬ ਆਪਣੀਆਂ ਸਲਾਹ ਆਪਣੇ ਪੁਆਇੰਟਸ ਲਿਆ ਕੇ ਦਿੱਤੇ ਹੈ ਨਾ, ਅਤੇ ਇਹਨਾਂ ਨੇ ਦੱਸਿਆ ਵੀ ਹਾਂ ਇਹਦੇ ਵਿੱਚ ਕੀ ਕੁਛ ਸ਼ਾਮਲ ਕਰਨਾ। ਇਸ ਕਮੇਟੀ ਦਾ ਕੰਮ ਕੀ ਸੀਗਾ? ਖਰੜਾ ਤਿਆਰ ਕਰਨਾ, ਵੀ ਲਿਖ ਕੇ ਸਾਰਾ ਜਿਹੜਾ ਡਾਟਾ ਇਹਨਾਂ ਨੇ ਕਲੈਕਟ ਕੀਤਾ। ਤਾਂ ਇਹ ਕੁਐਸਚਨ ਇਹਦੇ ਨਾਲ ਇੱਕ ਹੋਰ ਇੰਪੋਰਟੈਂਟ ਕੁਐਸਚਨ ਜਿਹੜਾ ਬਣਦਾ ਹੁੰਦਾ ਹੈ ਵੀ ਜਿਹੜੀ ਖਰੜਾ ਕਮੇਟੀ ਸੀ ਉਹਦੇ ਮੈਂਬਰ ਕਿੰਨੇ ਟੋਟਲ? ਠੀਕ ਹੈ, ਤਾਂ 7 ਮੈਂਬਰ ਸੀ ਰਾਜੀ ਇਹਦੇ ਟੋਟਲ। ਪ੍ਰਧਾਨ ਤਾਂ ਹੈਗੇ ਆ, ਇਸ ਤੋਂ ਇਲਾਵਾ ਜਿਹੜੇ ਦੂਸਰੇ 7 ਮੈਂਬਰ ਆ ਉਹ ਕੌਣ ਕੌਣ ਹੈ? ਨੰਬਰ 1 'ਤੇ ਅੰਬੇਦਕਰ, ਨੰਬਰ 2 'ਤੇ ਆਪਣੇ ਕੋਲੇ ਐਨ ਗੋਪਾਲ ਸਵਾਮੀ ਅਯੰਗਰ। ਕੁਐਸਚਨ
ਕਿਵੇਂ ਆਉਂਦਾ, ਜਿਵੇਂ ਇਸ ਵਾਰ ਮਾਸਟਰ ਕੈਡਰ 'ਚ ਉਹਨਾਂ ਨੇ ਪੁੱਛਿਆ ਵੀ ਕੌਣ ਨਹੀਂ ਹੈ ਇਹਦਾ ਮੈਂਬਰ, ਐਵੇਂ ਕਈ ਵਾਰੀ ਪੁੱਛ ਲੈਂਦੇ ਆ ਵੀ ਮੈਂਬਰ ਕੌਣ ਨਹੀਂ ਹੈ। ਤੁਹਾਨੂੰ ਸਾਰੇ ਮੈਂਬਰ ਦੇ ਨਾਮ ਪੁੱਛੇ ਜਾ ਸਕਦੇ ਆ ਵੀ ਕਿਹੜਾ ਹੈਗਾ ਜਾਂ ਕਿਹੜਾ ਨਹੀਂ ਹੈ, ਠੀਕ ਹੈ। ਹੋਰ ਪਰਸਨਸ ਦਾ ਨਾਮ ਜਿਹੜਾ ਨਾਲ ਨਾਂ ਦੇ ਕੇ ਪੁੱਛ ਲੈਂਦੇ ਆ, ਕਿਉਂਕਿ ਖਰੜਾ ਕਮੇਟੀ ਜਿਹੜੀ ਇਹਨੇ ਸਾਰਾ ਜਿਹੜਾ ਸੰਵਿਧਾਨ ਆ ਤਿਆਰ ਕੀਤਾ, ਤਾਂ ਇਹਦਾ ਨਾਮ ਆ ਜਿਹੜਾ ਉਹ ਅੱਗੇ ਆਉਂਦਾ ਸਭ ਤੋਂ, ਇਹ ਕਮੇਟੀ ਦਾ। ਤਾਂ ਜਿਹੜੇ ਜਿੰਨੇ ਵੀ ਆਪਾਂ ਚਲੋ ਆਪਣਾ ਕੀ ਆਪਾਂ ਸਾਰੇ ਹੀ ਪੜ੍ਹ ਲਾਂਗੇ ਇੱਕ ਵਾਰੀ ਕਿਹੜੇ ਕਿਹੜੇ ਪਰਸਨ ਆਉਂਦੇ ਇਹਦੇ ਵਿੱਚ। ਫਿਰ ਆਪਣੇ ਕੋਲੇ ਹੈਗਾ ਜੀ ਏ ਕ੍ਰਿਸ਼ਨ ਸਵਾਮੀ ਹੋ ਗਿਆ, ਨਹੀਂ ਏ ਕ੍ਰਿਸ਼ਨ ਸਵਾਮੀ ਲੱਗ ਗਿਆ, ਇਹ ਦੋਨੇ ਅਲੱਗ ਅਲੱਗ ਨਾਮ ਹੈ। ਉਹ ਐਨ ਗੋਪਾਲ ਹੈ, ਇਹ ਏ ਕ੍ਰਿਸ਼ਨ ਹੈ, ਠੀਕ ਹੈ, ਧਿਆਨ ਰੱਖਿਓ। ਫਿਰ ਜੀ ਇਹਦੇ 'ਚ ਸੀਗਾ ਆਪਣੇ ਕੋਲੇ ਮਾਨਕੇ ਲਾਲ ਮੁੰਸ਼ੀ ਕੇ ਮਾਨਕੇ ਲਾਲ ਮੁੰਸ਼ੀ। ਫਿਰ ਹੈ ਜੀ ਆਪਣੇ ਕੋਲ ਇਹਦੇ ਵਿੱਚ ਸੈਯਦ ਮੁਹੰਮਦ ਸਦੁੱਲਾ, ਠੀਕ ਹੈ ਜੀ। ਇਸ ਤੋਂ ਬਾਅਦ ਇਹਦੇ ਵਿੱਚ ਹੈਗਾ ਜੀ ਆਪਣੇ ਕੋਲੇ 6 ਨੰਬਰ ਤੇ ਨੰਬਰ 6 ਐਨ ਮਾਧਵ ਰਾਓ ਤੇ 7th ਜੀ ਡੀ ਪੀ ਖੇਤਾਨ, ਠੀਕ ਹੈ। ਤਾਂ ਇਹਦੀ ਡੈਥ ਤੋਂ ਬਾਅਦ ਕ੍ਰਿਸ਼ਨਾ ਟੀ ਕ੍ਰਿਸ਼ਨਾਚਾਰੀਆ ਬਣਿਆ ਸੀਗੇ, ਠੀਕ ਹੈ। ਲਿਖਣਾ ਤਾਂ ਲਿਖ ਲਓ ਵੀ, ਜਦੋਂ ਖੇਤਾਨ ਦੀ ਡੈਥ ਹੋ ਜਾਂਦੀ ਹੈ ਨਾ, ਮੌਤ ਕੀ ਹੋ ਗਿਆ, ਮਾਧਵ ਕੀ ਚੱਕਰ ਪੈ ਗਿਆ, ਇੱਕ ਮਿੰਟ। ਆਪਣੇ ਕੋਲ ਸੀਗਾ ਐਨ ਮਾਧਵ ਰਾਓ, ਇੱਕ ਮਿੰਟ ਰਹਿ ਜੀ। ਐਨ ਮਾਧਵ ਰਾਓ, ਠੀਕ ਹੈ। ਤਾਂ 7th ਆਪਣੇ ਕੋਲੇ ਸੀਗਾ ਜੀ ਡੀ ਖੇਤਾਨ, ਤਾਂ ਇਹ ਜਿਹੜੇ 7 ਮੈਂਬਰ ਸੀਗੇ ਡਰਾਫਟ ਕਮੇਟੀ ਦੇ ਸੀਗੇ, ਠੀਕ ਹੈ। ਤਾਂ ਅੱਜ ਲਈ ਆਪਣਾ ਇੰਨਾ ਹੀ ਸੀਗਾ, 7 ਮੈਂਬਰ ਤੱਕ ਅਸੀਂ ਕਰ ਲਿਆ, ਕਮੇਟੀ ਬਣ ਗਈ, ਡਰਾਫਟ ਕਮੇਟੀ ਬਣ ਗਈ, ਠੀਕ ਆ। ਤਾਂ ਇਸ ਤੋਂ ਬਾਅਦ ਜਿਹੜੇ ਕਿ ਸੰਵਿਧਾਨ ਬਣਾਉਣਾ ਸ਼ੁਰੂ ਕਰਨਗੇ, ਆਪਾਂ ਨੈਕਸਟ ਕਲਾਸ ਦੇ ਵਿੱਚ ਪੜ੍ਹਾਂਗੇ। ਤਾਂ ਅੱਜ ਜਿਹੜਾ ਸਾਡਾ ਟੌਪਿਕ ਸੀਗਾ, ਅਸੀਂ ਕੀ ਕਰ ਰਹੇ ਹਾਂ, ਪੋਲੀਟੀਕਲ ਸਾਇੰਸ। ਤਾਂ ਇਹਦਾ ਸਾਡਾ ਟੌਪਿਕ ਹੈ ਫਸਟ ਪੋਲੀਟੀਕਲ ਸਾਇੰਸ ਦਾ ਸੰਵਿਧਾਨ, ਠੀਕ ਹੈ। ਤਾਂ ਅਸੀਂ ਸੰਵਿਧਾਨ ਦੇ ਵਿੱਚ ਪਹਿਲਾਂ ਇਹ ਪੜ੍ਹ ਰਹੇ ਹਾਂ, ਸਬ ਟੌਪਿਕ ਇਹਦਾ ਭਾਰਤੀ ਸੰਵਿਧਾਨ ਨਿਰਮਾਣ ਐਕਟ, ਠੀਕ ਹੈ। ਕਿਹੜੇ ਕਿਹੜੇ ਐਕਟ ਪਾਸ ਹੋਏ, ਕਿਹੜੀਆਂ ਕਿਹੜੀਆਂ ਮੂਵਮੈਂਟਸ ਚੱਲੀਆਂ, ਠੀਕ ਹੈ ਜੀ। ਤਾਂ ਉਹਦੇ ਵਿੱਚ ਕੀ ਹੈ, ਫਸਟ ਸਾਡੇ ਕੋਲ ਸੀਗਾ ਨਹਿਰੂ ਰਿਪੋਰਟ, ਜਿਹੜੀ ਕੀ ਹੈ 19 ਫਰਵਰੀ 1928 ਨੂੰ ਦਿੱਲੀ ਦੇ ਵਿੱਚ ਪੇਸ਼ ਹੁੰਦੀ ਹੈ, ਠੀਕ ਹੈ। ਗੱਲ ਕਰਦੇ ਆ ਨਹਿਰੂ ਰਿਪੋਰਟ ਪੇਸ਼ ਕਰਦੇ ਆ, ਰਿਪੋਰਟ ਦੇ ਵਿੱਚ ਕਹਿੰਦੇ ਆ ਵੀ ਭਾਰਤ ਨੂੰ ਇੱਕ
ਸੰਵਿਧਾਨ ਜਿਹੜਾ ਆਪਣਾ ਸੰਵਿਧਾਨ ਜਿਹੜਾ ਚਾਹੀਦਾ ਹੈ। ਠੀਕ ਹੈ, ਭਾਰਤੀ ਸੰਵਿਧਾਨ ਦੀ ਗੱਲ ਫਸਟ ਟਾਈਮ ਕਿਹਨੇ ਕੀਤੀ ਆ? ਮੋਤੀ ਲਾਲ ਨਹਿਰੂ ਨੇ ਕੀਤੀ ਹੈ। ਤਾਂ ਜਿਹੜਾ ਇਹ ਨਹਿਰੂ ਆ, ਇਹ ਕਾਂਗਰਸ ਪਾਰਟੀ ਦਾ ਜਿਹੜਾ ਇੱਕ ਮੈਂਬਰ ਹੈ। ਜਿਹੜੀ ਕਾਂਗਰਸ ਪਾਰਟੀ ਆ ਇਹ 1885 ਦੇ ਵਿੱਚ ਏਓ ਹਿਊਮ ਨੇ ਬਣਾਈ ਆ। ਮੁੰਬਈ ਦੇ ਵਿੱਚ ਉਹਦੇ ਪ੍ਰਧਾਨ ਸੀ ਏਓ ਹਿਊਮ। ਠੀਕ ਹੈ, ਤਾਂ ਨਹਿਰੂ ਜਿਹੜਾ ਇਸ ਰਿਪੋਰਟ ਦੇ ਵਿੱਚ, ਕਿਉਂਕਿ ਇਹ ਜਿਹੜੀ ਕਾਂਗਰਸ ਦਾ ਕੀ ਸੰਬੰਧ ਹੈ ਇਹਦੇ ਨਾਲ, ਵੀ ਕਾਂਗਰਸ ਦਾ ਹਰ ਸਾਲ ਇੱਕ ਸੈਸ਼ਨ ਹੋਇਆ ਕਰਦਾ ਸੀ ਜਿਹਦੇ ਵਿੱਚ ਉਹ ਫਿਊਚਰ ਪਲੈਨਿੰਗ ਕਰਦੇ ਸੀ। ਤਾਂ ਉਸ ਦੇ ਵਿੱਚ ਹੀ ਨਹਿਰੂ ਨੇ ਰਿਪੋਰਟ ਪੇਸ਼ ਕੀਤੀ ਹੈ ਜਿਹਦੇ ਵਿੱਚ ਉਹ ਕਹਿੰਦਾ ਭਾਰਤ ਨੂੰ ਇੱਕ ਅਧਿਰਾਜ ਦਾ ਜਿਹੜਾ ਦਰਜਾ ਉਹ ਦਿੱਤਾ ਜਾਵੇ। ਇਸ ਤੋਂ ਬਾਅਦ ਫਿਰ ਕਾਂਗਰਸ ਦਾ ਇੱਕ ਹੋਰ ਸੈਸ਼ਨ ਹੋਇਆ, ਲਾਹੌਰ ਸੈਸ਼ਨ, ਜਿਹੜਾ 31 ਦਸੰਬਰ 1929 ਨੂੰ। ਹਰ ਸਾਲ, ਜਿਵੇਂ ਤੁਹਾਨੂੰ ਕਿਹਾ ਨਾ ਮੈਂ, ਹਰ ਸਾਲ ਹੁੰਦੇ ਸੀ। ਵੇਖੋ 28 ਤੋਂ ਬਾਅਦ ਫਿਰ ਇਹ 29 ਨੂੰ ਹੋਇਆ। ਠੀਕ ਹੈ, ਤਾਂ ਇਹਦੇ ਵਿੱਚ ਵੀ ਪੂਰਨ ਸਵਰਾਜ ਦੀ ਮੰਗ ਕੀਤੀ ਗਈ ਹੈ। ਇਸ ਤੋਂ ਬਾਅਦ ਇੱਕ ਬਹੁਤ ਜ਼ਿਆਦਾ ਜਿਹੜੀ ਤੇਜ਼ ਹੋ ਜਾਂਦੀ ਹੈ ਮੂਵਮੈਂਟ, ਤਾਂ ਫਿਰ ਰਾਵੀ ਨਦੀ ਦੇ ਕਿਨਾਰੇ ਰਾਤ ਦੇ 12 ਵਜੇ 26 ਜਨਵਰੀ 1930 ਨੂੰ ਐਲਾਨ ਹੀ ਕਰ ਦਿੰਦੇ ਆ ਵੀ ਭਾਰਤ ਇੱਕ ਸੁਤੰਤਰ ਦੇਸ਼ ਆ ਆਪਣੇ ਲੈਵਲ 'ਤੇ। ਅੰਗਰੇਜ਼ਾਂ ਨੇ ਨਹੀਂ ਕੀਤਾ ਵੀ ਆਪਣੇ ਲੈਵਲ 'ਤੇ ਵੀ ਜਿਹੜਾ ਅਸੀਂ ਆਜ਼ਾਦੀ ਲੈ ਕੇ ਹਟਾਂਗੇ, ਭਾਰਤ ਇੱਕ ਸੁਤੰਤਰ ਦੇਸ਼ ਹੈ। ਅਤੇ ਇੱਕ ਆਪਣਾ 3 ਰੰਗਾ ਜਿਹੜਾ ਝੰਡਾ ਉਹਨੂੰ ਅਪਣਾ ਲੈਂਦੇ ਆ। ਸਿਰਫ 3 ਰੰਗ ਸੀ ਇਸ ਝੰਡੇ ਦੇ ਵਿੱਚ, ਜਿਹੜਾ ਅਸ਼ੋਕ ਚੱਕਰ ਉਹ ਅਜੇ ਨਹੀਂ ਸੀਗਾ। ਠੀਕ ਹੈ, ਇਸ ਦਿਨ ਦਾ ਕਰਕੇ ਹੀ ਫਿਰ ਜਿਹੜਾ ਸਾਡਾ ਸੰਵਿਧਾਨ ਆ ਉਹ 26 ਜਨਵਰੀ ਨੂੰ ਲਾਗੂ ਹੋਇਆ ਹੈਗਾ। ਫਿਰ ਜੀ ਜਦੋਂ ਇੰਨੀਆਂ ਮੂਵਮੈਂਟਸ ਹੁੰਦੀਆਂ ਤਾਂ ਜਿਹੜਾ ਸਰਕਾਰ ਆ, ਬ੍ਰਿਟਿਸ਼ ਸਰਕਾਰ ਆ, ਉਹ ਵੀ ਥੋੜ੍ਹੀ ਅਵੇਅਰ ਹੁੰਦੀ ਹੈ। ਤਾਂ ਉਹ ਇੱਕ ਕਾਨਫਰੰਸ ਕਰਦੀ ਹੈ ਇੰਡੀਅਨਸ ਦੇ ਨਾਲ। ਤਾਂ 3 ਕਾਨਫਰੰਸ ਹੋਈਆਂ ਮੇਜਰ, ਉਹਨਾਂ ਨੂੰ ਰਾਊਂਡ ਟੇਬਲ ਕਾਨਫਰੰਸ ਬੋਲਦੇ ਆ। ਠੀਕ ਹੈ, ਗੋਲ ਮੇਜ਼ ਕਾਨਫਰੰਸ, ਇਹ 30, 31, 32 ਚ ਲਗਾਤਾਰ ਹੁੰਦੀਆਂ ਹੈਗੀਆਂ। ਠੀਕ ਹੈ, ਅਤੇ ਜਿਹੜੀ 3rd ਗੋਲ ਟੇਬਲ ਕਾਨਫਰੰਸ ਹੋਈ ਹੈ ਨਾ, ਇਹ ਬਹੁਤ ਇੰਪੋਰਟੈਂਟ ਰਹੀ ਹੈ। ਇਹ 13 ਨਵੰਬਰ ਤੋਂ ਲੈ ਕੇ 24 ਦਸੰਬਰ 1932 ਤੱਕ ਚੱਲਦੀ ਹੈ। ਇਸ ਕਾਨਫਰੰਸ ਦੇ ਸਿੱਟੇ ਵਜੋਂ ਨਾ ਇੱਕ ਐਕਟ ਪਾਸ ਕੀਤਾ ਬ੍ਰਿਟਿਸ਼ ਸਰਕਾਰ ਨੇ, ਐਕਟ ਗਵਰਨਮੈਂਟ ਆਫ ਇੰਡੀਆ 1935 ਐਕਟ ਬੋਲਦੇ ਆ ਇਹਨੂੰ। ਵੈਰੀ ਵੈਰੀ ਇੰਪੋਰਟੈਂਟ। ਜਿਹੜਾ ਸਾਡਾ ਸੰਵਿਧਾਨ ਹੈ ਜੀ, ਉਹਦਾ ਆਧਾਰ ਇਹੀ ਐਕਟ ਰਿਹਾ ਹੈਗਾ। ਠੀਕ ਹੈ, ਇਸ ਐਕਟ ਨੂੰ ਐਕਟ 1935, ਬਲੂ ਪ੍ਰਿੰਟ, ਵਾਈਟ ਐਕਟ, ਭਾਰਤੀ ਸੰਵਿਧਾਨ ਦਾ ਆਧਾਰ ਆਦਿ ਨਾਮ ਦੇ ਨਾਲ ਜਿਹੜਾ ਜਾਣਿਆ ਜਾਂਦਾ ਹੈ। ਠੀਕ ਹੈ, ਤਾਂ ਜਿਹੜਾ ਸਾਡਾ ਸੰਵਿਧਾਨ ਆ ਉਹ ਇਹਦੇ ਬੇਸਡ ਹੈ। ਫਿਰ ਇਸ ਜਿਹੜਾ ਐਕਟ ਸੀ ਇਹਦੇ ਵਿੱਚ ਕੁਝ ਸੁਧਾਰ ਕੀਤੇ ਗਏ ਆ। ਉਹਨੂੰ ਮਾਊਂਟਿੰਗ ਚੈਂਪਸਫੋਰਡ ਸੁਧਾਰ ਕਿਹਾ ਜਾਂਦਾ ਹੈ। ਦੋਹਰੀ ਸ਼ਾਸਨ ਪ੍ਰਣਾਲੀ ਜਿਹੜੀ ਖਤਮ ਕਰ ਦਿੱਤੀ ਗਈ ਸੀ, ਇਹ ਮੇਜਰ ਸੁਧਾਰ ਸੀ ਇਸ ਐਕਟ ਦਾ। ਤਾਂ ਇਸ ਤੋਂ ਬਾਅਦ ਕੀ ਹੋਇਆ, ਫਿਰ ਇਹ 35 ਚ ਐਕਟ ਪਾਸ ਹੋ ਗਿਆ, ਪਰ ਇੰਡੀਅਨ ਸੈਟਿਸਫਾਈ ਨਹੀਂ ਹੋਏ। ਠੀਕ ਹੈ, ਮੂਵਮੈਂਟਸ ਕਰ ਰਹੇ ਹੈ। ਤਾਂ ਉਹਨਾਂ ਦੀਆਂ ਉਸ ਮੂਵਮੈਂਟਸ ਦੇ ਸਿੱਟੇ ਵਜੋਂ ਕ੍ਰਿਪਸ ਮਿਸ਼ਨ ਜਿਹੜਾ 1942 ਦੇ ਵਿੱਚ ਭਾਰਤ ਆਇਆ, ਅਤੇ ਉਹਨੇ ਕਿਹਾ, ਮਤਲਬ ਕੋਈ ਦਿਲਾਸਾ ਦਿੱਤਾ ਕਹਿ ਲਓ ਵੀ ਭਾਰਤੀਆਂ ਨੂੰ, ਵੀ ਸੰਵਿਧਾਨ ਜਿਹੜੀ ਆ ਉਹ ਸਭਾ ਬਣਾਉਣ ਦੀ ਜਿਹੜੀ ਯੋਜਨਾ ਉਹ ਚੱਲ ਰਹੀ ਹੈ, ਵੀ ਸੰਵਿਧਾਨ ਸਭਾ ਜਿਹੜੀ ਉਹ ਬਣਾਈ ਜਾਊਗੀ ਅਤੇ ਤੁਹਾਨੂੰ ਫਿਰ ਇੱਕ ਸੁਤੰਤਰ ਜਿਹੜਾ ਰਾਜ ਆ ਉਹ ਦੇ ਦਿੱਤਾ ਜਾਊਗਾ। ਠੀਕ ਹੈ ਜੀ, ਤਾਂ ਸੰਵਿਧਾਨ ਸਭਾ ਦੀ ਯੋਜਨਾ ਦੀ ਸਿਰਫ ਗੱਲ ਕੀਤੀ, ਉਹਨੇ ਐਲਾਨ ਨਹੀਂ ਕੀਤਾ ਵੀ ਬਣਾ ਲਓ। ਠੀਕ ਹੈ, ਤਾਂ ਯੋਜਨਾ ਦੀ ਗੱਲ ਕੀਤੀ ਹੈ। ਉਹ ਵੀ ਕਿਉਂ ਕੀਤੀ ਹੈ? ਕਿਉਂਕਿ ਜਿਹੜਾ ਸੈਕੰਡ ਵਰਲਡ ਵਾਰ ਚੱਲ ਰਹੀ ਹੈ, ਸ਼ੁਰੂ ਹੋ ਗਈ ਸੀ 1939 ਦੇ ਵਿੱਚ। ਠੀਕ ਹੈ ਜੀ, ਤਾਂ 1939 ਤੱਕ ਪੂਰੀ ਤਰੀਕੇ ਦੇ ਨਾਲ ਜਿਹੜੀ ਸ਼ੁਰੂ ਹੋ ਚੁੱਕੀ ਸੀ। ਠੀਕ ਹੈ, ਤਾਂ ਜਿਹੜੇ ਅੰਗਰੇਜ਼ ਸੀ ਉਹ ਚਾਹੁੰਦੇ ਸੀ ਵੀ ਜਿਹੜਾ ਇੰਡੀਆ ਸਾਡੇ ਵੱਲੋਂ ਮਤਲਬ ਅਗੇਂਸਟ ਲੜੇ ਕਿਹਦੇ? ਜਰਮਨ ਦੇ। ਉਹ ਕੀ ਚਾਹੁੰਦੇ ਸੀ, ਜਿਹੜੀ ਸੈਕੰਡ ਵਰਲਡ ਵਾਰ ਸੀ ਨਾ, ਇਹ ਜਰਮਨ ਅਤੇ ਇੰਗਲੈਂਡ, ਰੂਸ, ਅਮਰੀਕਾ, ਫਰਾਂਸ, ਇਹਨਾਂ ਦੇ ਵਿੱਚ ਸੀਗੀ। ਇੰਗਲੈਂਡ, ਰੂਸ ਅਤੇ ਅਮਰੀਕਾ ਹੋ ਗਿਆ, ਫਰਾਂਸ ਹੋ ਗਿਆ ਨਾ, ਇੱਕ ਸਾਈਡ 'ਤੇ ਹੈ, ਜਰਮਨ ਇੱਕ ਸਾਈਡ 'ਤੇ ਹੈ। ਤਾਂ ਜਿਹੜੇ ਬ੍ਰਿਟਿਸ਼ ਹੈ ਜਾਂ ਇੰਗਲੈਂਡ, ਉਹ ਚਾਹੁੰਦਾ ਵੀ ਇੰਡੀਆ ਜਿਹੜਾ ਸਾਡੀ ਸਾਈਡ ਤੋਂ ਲੜੇ। ਉਹਦੇ ਲਈ ਫਿਰ ਇਹਨਾਂ ਨੇ ਲਿਨਲਿਥ ਗੋ, ਜਿਹੜਾ ਵਾਇਸਰਾਏ ਉਸ ਟਾਈਮ ਇੰਡੀਆ ਦਾ, ਉਹਨੇ ਇੱਕ ਐਲਾਨ ਕੀਤਾ, ਅਗਸਤ ਐਲਾਨ ਕਹਿੰਦੇ ਆ ਉਹਨੂੰ, 1940 ਦੇ ਵਿੱਚ, ਵੀ ਤੁਸੀਂ ਮਤਲਬ ਸਾਡਾ ਸਾਥ ਦਿਓ ਅਤੇ ਅਸੀਂ ਤੁਹਾਨੂੰ ਆਜ਼ਾਦੀ ਦੇ ਦਿਆਂਗੇ। ਪਰ ਇੱਕ ਲੋਲੀਪੌਪ ਸੀ, ਕੁਛ ਨਹੀਂ ਹੋਇਆ ਇਸ ਦੇ ਨਾਲ। ਤਾਂ ਇਸ ਕਰਕੇ ਇੰਡੀਅਨਸ ਨੇ ਭਾਰਤ ਛੱਡੋ ਅੰਦੋਲਨ, ਖਾਸ ਕਰਕੇ ਮਹਾਤਮਾ ਗਾਂਧੀ ਦੇ ਅੰਡਰ ਜਿਹੜਾ ਚੱਲਦਾ, ਫਿਰ ਇਹਦੇ ਸਿੱਟੇ ਵਜੋਂ ਜਿਹੜਾ ਕ੍ਰਿਪਸ ਮਿਸ਼ਨ ਆਇਆ ਸੀ ਇੰਡੀਆ ਦੇ ਵਿੱਚ। ਠੀਕ ਹੈ, ਪਰ ਇਹ ਸਿਰਫ ਕਹਿ ਕੇ ਗਿਆ ਵੀ ਭਾਰਤੀ ਸੰਵਿਧਾਨ ਸਭਾ ਦੀ ਅਸੀਂ ਯੋਜਨਾ ਬਣਾ ਰਹੇ ਹਾਂ, ਅਸੀਂ ਪਲਾਨ ਕਰ ਰਹੇ ਹਾਂ ਵੀ ਬਣਾਵਾਂਗੇ, ਕੁਛ ਨਹੀਂ ਹੋਇਆ। ਤਾਂ ਫਿਰ ਇਹਨਾਂ ਨੇ ਆਪਣਾ ਮੂਵਮੈਂਟਸ ਜਾਰੀ ਰੱਖਿਆ, ਮਤਲਬ ਜੇਲ੍ਹ ਚਲੇ ਗਏ ਮਹਾਤਮਾ ਗਾਂਧੀ, ਨਹਿਰੂ ਹੋ ਗਿਆ, ਜਿਹੜੇ ਮੇਜਰ ਲੀਡਰ ਸੀ ਇੰਡੀਆ ਦੇ, ਸਾਰਿਆਂ ਨੂੰ ਜੇਲ੍ਹ 'ਚ ਪਾ ਦਿੱਤਾ ਗਿਆ। ਤਾਂ ਬਹੁਤ ਭੱਖ ਗਏ ਇੰਡੀਅਨਸ, ਅਤੇ ਉਹਦੇ ਸਿੱਟੇ ਵਜੋਂ ਫਿਰ ਕੈਬਨਿਟ ਮਿਸ਼ਨ ਆਇਆ 19 ਫਰਵਰੀ 1946 ਨੂੰ ਇੰਡੀਆ। ਇਹਨੇ ਘੋਸ਼ਣਾ ਕੀਤੀ ਹੈ ਫਿਰ ਵੀ ਤੁਸੀਂ ਸੰਵਿਧਾਨ ਸਭਾ ਜਿਹੜੀ ਆਪਣੀ ਬਣਾ ਸਕਦੇ ਹੋ। ਤਾਂ ਇਹ ਮੇਜਰ ਕੁਐਸਚਨ ਨਿਕਲ ਕੇ ਆਉਂਦਾ ਆਪਣੇ ਕੋਲੇ ਵੀ ਸੰਵਿਧਾਨ ਸਭਾ ਜਿਹੜੀ
ਕਿਉਂਕਿ ਬੱਚੇ ਕਨਫਿਊਜ਼ ਦੋਨਾਂ 'ਚ ਹੁੰਦੇ, ਕ੍ਰਿਪਸ ਮਿਸ਼ਨ ਤੇ ਕੈਬਨਿਟ ਮਿਸ਼ਨ। ਇੱਥੇ ਸਿਰਫ ਗੱਲ ਹੋਈ ਹੈ, ਉਹ ਕਹਿੰਦੇ ਅਸੀਂ ਯੋਜਨਾ ਬਣਾ ਰਹੇ ਹਾਂ, ਉਹਨਾਂ ਨੇ ਕਿਹਾ ਨਹੀਂ ਵੀ ਸੰਵਿਧਾਨ ਸਭਾ ਬਣਾ ਲਓ। ਪਰ ਕੈਬਨਿਟ ਮਿਸ਼ਨ 'ਚ ਉਹਨੇ ਕਹਿ ਤਾ ਵੀ ਸੰਵਿਧਾਨ ਸਭਾ ਬਣਾ ਲਓ, ਘੋਸ਼ਣਾ ਕਰਤੀ। ਘੋਸ਼ਣਾ ਕਦੋਂ ਕੀਤੀ ਹੈ? 23 ਮਾਰਚ 1946 ਨੂੰ, 19 ਫਰਵਰੀ 1946 ਨੂੰ ਕੈਬਨਿਟ ਮਿਸ਼ਨ ਇੰਡੀਆ ਆਇਆ, ਘੋਸ਼ਣਾ ਕਰਤੀ ਉਹਨੇ ਵੀ ਸੰਵਿਧਾਨ ਸਭਾ ਬਣਾ ਲਓ। ਤੇ ਫਿਰ ਗਠਨ ਜਿਹੜਾ ਸੰਵਿਧਾਨ ਸਭਾ ਦਾ ਬਣਾਉਣ ਦਾ ਸ਼ੁਰੂ ਹੋ ਗਿਆ ਕੰਮ ਇਹ 16 ਮਈ 1946 ਨੂੰ। ਠੀਕ ਹੈ, ਇਲੈਕਸ਼ਨ ਕਰਵਾਏ ਗਏ ਅਲੱਗ-ਅਲੱਗ। ਠੀਕ ਹੈ ਜੀ, ਤੇ ਇਲੈਕਸ਼ਨਸ ਦੇ ਵਿੱਚ ਕੀ ਹੈ, ਮੈਂਬਰ ਟੋਟਲ ਮੈਂਬਰ 389 ਮੈਂਬਰ ਲਏ ਗਏ। ਠੀਕ ਹੈ ਜੀ, 292 ਮੈਂਬਰਸ ਜਿਹੜੇ ਸੀਗੇ ਪ੍ਰਾਂਤਾਂ ਤੋਂ ਲਏ ਗਏ, 93 ਰਿਆਸਤਾਂ ਦੇ, ਤੇ ਸੀਗੇ 4 ਸੀਗੇ ਕਮਿਸ਼ਨਰ। ਜਿਹੜੇ 4 ਕਮਿਸ਼ਨਰ ਆ ਉਹ ਅਜਮੇਰ, ਬਲੋਚਿਸਤਾਨ, ਕਰਨਾਟਕ ਦੇ ਦਿੱਲੀ ਤੋਂ ਹੈਗੇ। ਜੇ ਆਪਾਂ ਟੋਟਲ ਕਰਦੇ ਹਾਂ ਤਾਂ 389। ਤੁਹਾਨੂੰ ਕੁਐਸਚਨ ਜਿਹੜਾ ਮੇਜਰ ਆ ਸਕਦਾ ਵੀ ਸੰਵਿਧਾਨ ਸਭਾ ਦੇ ਕੁੱਲ ਕਿੰਨੇ ਮੈਂਬਰ ਸੀ? 389 ਮੈਂਬਰ ਸੀ, ਚਾਹੇ ਇਹਦੇ ਵਿੱਚੋਂ ਬਾਅਦ ਵਿੱਚ ਕੁਝ ਮੈਂਬਰ ਜਿਹੜੇ ਨਹੀਂ ਆਉਂਦੇ। ਠੀਕ ਹੈ, ਤਾਂ ਸੰਵਿਧਾਨ ਸਭਾ ਮਤਲਬ ਬਣ ਗਈ, ਇਲੈਕਸ਼ਨ ਹੋ ਗਏ, ਸੰਵਿਧਾਨ ਸਭਾ ਜਿਹੜੀ ਉਹਦਾ ਗਠਨ ਹੋ ਗਿਆ ਵੀ ਜਿਹੜੀ ਸੰਵਿਧਾਨ ਬਣਾਊਗੀ। ਹਜੇ ਤਾਂ ਸੰਵਿਧਾਨ ਸਭਾ ਬਣੀ ਹੈ ਨਾ, ਇਹ ਸੰਵਿਧਾਨ ਬਣਾਊਗੀ। ਠੀਕ ਹੈ, ਤੇ ਸਾਰਾ ਜਿਹੜਾ ਜਦੋਂ ਵੀ ਇਹ ਮੂਵਮੈਂਟਸ ਸਾਰੀਆਂ ਚੱਲ ਰਹੀਆਂ, ਜੋ ਵੀ ਇਹ ਪਲਾਨ ਹੋ ਰਿਹਾ ਇੰਡੀਆ ਨੂੰ ਆਜ਼ਾਦ ਕਰਨ ਦਾ, ਹੈ ਨਾ, ਸੰਵਿਧਾਨ ਸਭਾ ਬਣਦਾ, ਸੰਵਿਧਾਨ ਬਣਦਾ, ਤਾਂ ਉਦੋਂ ਜਿਹੜਾ ਮੇਜਰ ਪਰਸਨ ਕਿਹੜੇ ਆ ਆਪਣੇ ਕੋਲ, ਜਿਹੜੇ ਨਾਮ ਵਾਇਸਰਾਏ ਪੁੱਛ ਸਕਦੇ ਆ ਤੁਹਾਨੂੰ ਇੰਡੀਆ ਦਾ ਕੌਣ ਸੀ ਉਦੋਂ? ਮਾਊਂਟਬੈਟਨ। PM ਪੁੱਛ ਸਕਦੇ ਇੰਗਲੈਂਡ ਦਾ ਉਦੋਂ ਕੌਣ ਸੀ? ਕਲੇਮੈਂਟ ਐਟਲੀ। ਠੀਕ ਹੈ, ਦੋਨੋਂ ਮੇਜਰ ਨਾਮ ਆ ਇਹ, ਕਲੇਮੈਂਟ ਐਟਲੀ ਤੇ ਮਾਊਂਟਬੈਟਨ, ਇਹ ਦੋਨੋਂ ਤੁਸੀਂ ਯਾਦ ਰੱਖਣੇ ਆ। ਇਹ ਪੁੱਛ ਸਕਦੇ ਆ ਵੀ ਭਾਰਤੀ ਸੁਤੰਤਰਤਾ ਦਾ ਐਲਾਨ ਕਿਹਨੇ ਕੀਤਾ? ਤਾਂ ਮਾਊਂਟਬੈਟਨ ਨੇ ਕੀਤਾ। ਠੀਕ ਹੈ, ਐਕਟ ਪੁੱਛ ਸਕਦੇ ਆ ਵੀ ਕਿਹੜਾ ਐਕਟ ਪਾਸ ਕੀਤਾ ਗਿਆ? ਭਾਰਤੀ ਸੁਤੰਤਰਤਾ ਐਕਟ। ਠੀਕ ਹੈ, ਇਹ ਐਕਟ ਕਿਹਨੇ ਪਾਸ ਕੀਤਾ? ਮਾਊਂਟਬੈਟਨ ਨੇ। ਕਦੋਂ ਪਾਸ ਕੀਤਾ ਗਿਆ? 16 ਜੁਲਾਈ 1947। ਇਹ ਤਾਂ ਤੁਹਾਨੂੰ ਪਤਾ ਹੀ, 15 ਅਗਸਤ 1947 ਨੂੰ ਭਾਰਤ ਆਜ਼ਾਦ ਹੁੰਦਾ। ਤਾਂ ਉਹਨੂੰ ਆਜ਼ਾਦ ਕਰਨ ਸੰਬੰਧੀ ਜਿਹੜਾ ਸੁਤੰਤਰਤਾ ਐਕਟ ਹੈ ਜਿਹੜਾ ਉਹ ਪਾਸ ਕਦੋਂ ਹੋਇਆ? 16 ਜੁਲਾਈ 1947 ਨੂੰ। ਠੀਕ ਹੈ, ਇਹ ਸਾਰਾ ਐਲਾਨ ਕੌਣ ਕਰਦਾ? ਮਾਊਂਟਬੈਟਨ। ਕਹਿੰਦਾ 2 ਦੇਸ਼ ਬਣਨਗੇ, ਇੱਕ ਇੰਡੀਆ ਤੇ ਇੱਕ ਪਾਕਿਸਤਾਨ। ਪਾਕਿਸਤਾਨ ਦਾ ਜਿਹੜਾ ਫਸਟ ਗਵਰਨਰ ਆ ਉਹ ਜਿਨ੍ਹਾਂ ਨੂੰ ਲਾਇਆ ਜਾਂਦਾ। ਭਾਰਤ ਦਾ ਜਿਹੜਾ ਅੰਗਰੇਜ਼ ਅਧਿਕਾਰੀ ਮਾਊਂਟਬੈਟਨ ਆ ਉਹ ਗਵਰਨਰ ਹੈ। ਤੇ ਜੇ ਭਾਰਤੀ ਪਰਸਨ ਪੁੱਛਦੇ ਆ ਤਾਂ ਭਾਰਤੀ ਆਪਣੇ ਕੋਲ ਹੈਗਾ ਜੀ ਰਾਜਗੋਪਾਲ ਆਚਾਰੀਆ, ਜਿਹੜਾ 47 ਤੋਂ ਲੈ ਕੇ 50 ਤੱਕ ਭਾਰਤ ਦਾ ਗਵਰਨਰ ਰਿਹਾ। ਤਾਂ ਫਿਰ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜਿਹੜੀ ਰੇਖਾ ਖਿੱਚੀ ਗਈ ਹੈ, ਰੈੱਡ ਕਲਿਫ ਰੇਖਾ। ਠੀਕ ਹੈ ਜੀ, ਤਾਂ ਇਸ ਤੋਂ ਬਾਅਦ ਰੇਖਾ ਖਿੱਚੀ ਗਈ ਆ, ਭਾਰਤ ਆਜ਼ਾਦ ਹੋ ਗਿਆ, ਹੈ ਨਾ, ਸਭ ਕੁਝ ਹੋ ਗਿਆ, ਸੰਵਿਧਾਨ ਸਭਾ ਆਪਣੀ ਬਣ ਗਈ ਹੈ। ਤਾਂ ਜਿਹੜੀ ਸੰਵਿਧਾਨ ਸਭਾ ਫਿਰ ਆਪਣੀ ਬਣ ਗਈ ਆ, ਪਾਕਿਸਤਾਨ ਅਲੱਗ ਹੋਣ ਕਰਕੇ ਨਾ ਕੁਝ ਮੈਂਬਰ ਜਦੋਂ ਉਹਦੇ 'ਚ ਇਨਕਲੂਡ ਨਹੀਂ ਹੁੰਦੇ। 73 ਮੈਂਬਰ ਜਿਹੜੇ ਮੁਸਲਮਾਨ ਸੀ ਉਹ ਵੀ ਨਹੀਂ ਆਏ, 93 ਜਿਹੜੇ ਰਿਆਸਤਾਂ ਦੇ ਸੀ ਉਹ ਵੀ ਨਹੀਂ ਆਏ। ਠੀਕ ਹੈ, ਪਰ ਫਿਰ ਵੀ ਸੰਵਿਧਾਨ ਸਭਾ ਬਣ ਗਈ। ਤਾਂ ਫਿਰ ਫਸਟ ਮੀਟਿੰਗ ਹੁੰਦੀ ਹੈ, ਪਹਿਲੀ ਬੈਠਕ ਜਿਹੜੀ ਹੋਈ ਹੈ 9 ਦਸੰਬਰ 1946 ਨੂੰ ਹੋਈ ਹੈ। ਠੀਕ ਹੈ, ਉਹਦੀ ਪ੍ਰਧਾਨਗੀ ਆ ਜਿਹੜੀ ਸੱਚਿਆਨੰਦ ਸਿਨਹਾ ਨੇ ਕੀਤਾ। ਨੋਟ ਪਰਮਾਨੈਂਟ ਹੈ, ਉਹ ਪਰਮਾਨੈਂਟ ਨਹੀਂ ਸੀਗੇ, ਅਸਥਾਈ ਸੀਗੇ। ਤਾਂ ਪਰਮਾਨੈਂਟ ਡਾਕਟਰ ਰਜਿੰਦਰ ਪ੍ਰਸਾਦ ਸੈਕੰਡ ਮੀਟਿੰਗ ਦੇ ਵਿੱਚ 11 ਦਸੰਬਰ 1946 ਨੂੰ। ਠੀਕ ਹੈ, ਉਸ ਤੋਂ ਬਾਅਦ ਨਹਿਰੂ ਨੇ ਇੱਕ ਆਦੇਸ਼ ਜਿਹੜਾ ਪ੍ਰਸਤਾਵਨਾ ਉਹ ਪੇਸ਼ ਕੀਤੀ ਹੈ, ਤੇ ਫਿਰ ਸਰਬਸੰਮਤੀ ਦੇ ਨਾਲ ਉਹਦੀ ਜਿਹੜੀ ਪ੍ਰਸਤਾਵਨਾ ਉਹਨੂੰ ਵੀ ਸਵੀਕਾਰ ਕਰ ਲਿਆ। ਠੀਕ ਹੈ ਜੀ, ਫਿਰ ਟੋਟਲ ਕਮੇਟੀਆਂ ਬਣੀਆਂ 22, ਪ੍ਰਮੁੱਖ 9 ਹੈ। ਅੱਗੇ ਉਹਨਾਂ ਦੀ ਜਿਹੜੀਆਂ ਕਮੇਟੀਜ਼ ਦੇ ਨੇਮ ਹੈ, ਤੇ ਮੇਨ ਜਿਹੜਾ ਤੁਹਾਡਾ ਕੁਐਸਚਨ ਜੀ ਡਰਾਫਟ ਕਮੇਟੀ ਦਾ ਹੈੱਡ ਕੌਣ ਸੀ? ਠੀਕ ਹੈ, ਡਾਕਟਰ ਭੀਮ ਰਾਓ ਅੰਬੇਦਕਰ। ਬਾਕੀ ਨੇਮਸ ਵੀ ਲਰਨ ਕਰ ਲਿਓ। ਠੀਕ ਹੈ ਜੀ, ਤੇ ਹਾਂਜੀ ਸਰ, ਬਸ ਸਰ ਆਫ ਕਰ ਦਿਓ। ਹਾਂਜੀ ਹੋ ਗਿਆ, ਬਣ ਗਈ ਪੂਰੀ ਵੀਡੀਓ, ਬੰਦ ਕਰ ਦਿਓ। ਆਈ ਨਹੀਂ ਬੰਦ, ਇੱਥੋਂ ਬੰਦ ਹੋਊਗੀ ਨਾ।